हर कृष्ण तेग बहादुर श्री गुरु गोबिंद सिंह तरु तरा बंदों बार बार जिसमें अमृत श्री गुरु ग्रंथ साहिब उदित एक ओंकार वाहिगुरु जी की निगन विनाशन सो वाहिगुरु सतनाम वाहिगुरु साहिब जी गुरु गरीब नवाज धन धन सतगुरु श्री गुरु नानक देव जी महाराज। जनक की बातें सुन तुस नहीं रहे गुर वाक न बखाने सो कल्याण को जो दानिया कमल बदन ते निकासी न अलिन गिरा तात की जठाई निस साम ही प्रमानिया मानस में हंसनी सिता ही बिराज रही होती जो विज्ञान के आनंद में समानिया हित सो बुलायो मात भोजन अचायो गुण पान पै करायो परियंक पढ़े आनिया। वाहिगुरु जी का खालसा वाहिगुरु जी की फतेह। राजन राजपालान पान देवान देव उपमा महान सतगुरु धन श्री गुरु ग्रंथ ਸਾਹਿਬ महाराज जी की पावन पवित्र गोद विच आप गुरु संतान सज रहे हो। जितने कदम चले सतगुरु थाए पाओ। संध्या के दिवान की रमता हुई है। गुरसिख प्यारे आए मिल मैं चिरी विछने राम नाम गुरसिखी सो थान पालिया लै धूर मुख लावा। जे जिथे गुरु साहब जी के चरण पए आ ते गुरु के सिखां ने वो जगह लभ लई है। उस जगह की धूड़ी नूं चुक के अपने मत्थे ते ला लिया। ते किसी ने पूछा कि धूड़ी नूं मत्थे ते क्यों लाया है? ते जगियासू ने आख्या कहन लगे इस धूड़ी दे नाल कीते हुए माड़े कर्मां दे लेख बदल जाते हैं। वाहिगुरू ताही महाराज कहते ने जन नानक धूड़ मंगै तिस गुर सिख की। केड़े गुर सिख दी? जो आप जपै अवरै नाम जपावै। आओ प्यारे गुर जपिए एको ओंकार सतनाम सतनाम करता पुरख निर्भव निर्वैर अकाल मूरत अजूनी सैभं गुर प्रसाद एक ओंकार सतनाम करता पुरख
ਗੁਰ ਪ੍ਰਸਾਦ ਗੁਰ ਪ੍ਰਸਾਦ ਏਕ ਓੰਕਾਰ ਏਕ ਓੰਕਾਰ ਸਤਿਨਾਮ ਸਤਿਨਾਮ ਕਰਤਾ ਪੁਰਖ ਕਰਤਾ ਪੁਰਖ ਨਿਰਭਉ ਨਿਰਵੈਰ ਨਿਰਭਉ ਨਿਰਵੈਰ ਅਕਾਲ ਮੂਰਤ ਅਕਾਲ ਮੂਰਤ ਅਜੂਨੀ ਸੈਭੰ ਅਜੂਨੀ ਸੈਭੰ ਗੁਰ ਪ੍ਰਸਾਦ ਗੁਰ ਪ੍ਰਸਾਦ ਵਾਹਿਗੁਰੂ 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 ਪਲ ਚਸਾ ਨ ਵਿਛੜਾ ਸੇਵ ਕਰੀ 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 ਪਲ ਚਸਾ ਨ ਵਿਛੜਾ ਨਾਨਕ ਦਾਸ ਤੁਮਾਰੇ ਜੀਓ ਜਨ ਨਾਨਕ ਦਾਸ ਤੁਮਾਰੇ ਜੀਓ ਜਨ ਨਾਨਕ ਦਾਸ ਤੁਮਾਰੇ ਜੀਓ ਜਨ ਨਾਨਕ ਦਾਸ ਤੁਮਾਰੇ ਜੀਓ ਸੇਵ ਕਰੀ ਪਲ ਚਸਾ ਨ ਵਿਛੜਾ ਸੇਵ ਕਰੀ ਪਲ ਚਸਾ ਨ ਵਿਛੜਾ ਸੇਵ ਕਰੀ
ਪਲ ਚਸਾ ਨ ਵਿਛੜਾ ਸੇਵ ਕਰੀ ਪਲ ਚਸਾ ਨ ਵਿਛੜਾ ਸੇਵ ਕਰੀ ਪਲ ਚਸਾ ਨ ਵਿਛੜਾ ਸੇਵ ਕਰੀ ਪਲ ਚਸਾ ਨ ਵਿਛੜਾ ਸੇਵ ਕਰੀ ਪਲ ਚਸਾ ਨ ਵਿਛੜਾ ਭਾਗ ਹੁਆ ਗੁਰ ਸੰਤ ਮਿਲਾਇਆ 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 ਪ੍ਰਭ ਅਬਿਨਾਸੀ ਕਰ ਮੈਂ ਪਾਇਆ ਪ੍ਰਭ ਅਬਿਨਾਸੀ ਕਰ ਮੈਂ ਪਾਇਆ ਪ੍ਰਭ ਅਬਿਨਾਸੀ ਕਰ ਮਹਿ ਪਾਇਆ ਪ੍ਰਭ ਪ੍ਰਭ ਅਬਿਨਾਸੀ ਕਰ ਮਹਿ ਪਾਇਆ ਸੇਵ ਕਰੀ ਪਲ ਚਸਾ ਨਾ ਵਿਛੜਾ ਸੇਵ ਕਰੀ ਪਲ ਚਸਾ ਨਾ ਵਿਛੜਾ ਸੇਵ ਕਰੀ ਵਾਹਿਗੁਰੂ ਪਲ ਚਸਾ ਨ ਵਿਛੜਾ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਓ 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 ਧੰਨ ਗੁਰੂ ਨਾਨਕ ਸਾਹਿਬ। ਮਾਤਾ ਤ੍ਰਿਵਤਾ ਜੀ ਕਹਿ ਰਹੇ ਕਿ हे ਪੁੱਤਰ ਤੂੰ ਕੁਛ ਨਾ ਕਰਿਆ ਕਰ, ਬਸ ਤੂੰ ਹੁਕਮ ਕਰਿਆ ਕਰ। ਹੁਕਮ ਮੰਨਿਆ ਹੋਵੇ ਪ੍ਰਵਾਨ। ਕਹਿੰਦੇ ਕਥਾ ਕੀਰਤਨ ਜਿੰਨਾ ਮਰਜ਼ੀ ਸੁਣ ਲਓ, ਪਰ ਬਾਪੂ ਜੀ ਕਹਿੰਦੇ ਨੇ ਹੁਕਮ ਮੰਨਿਆ, ਜੇ ਮੰਨਣਾ ਤੇ ਫਿਰ ਤੁਹਾਡੀ ਹਾਜ਼ਰੀ ਆ। ਨਾਲ ਹੀ ਮਾਰੇ ਕਹਿੰਦੇ ਤਾਂ ਖਸਮੈ ਕਾ ਮਹਿਲ, ਜੇ ਖਸਮ ਦੇ ਘਰ ਜਾਣਾ ਚਾਹੁੰਦੇ ਤਾਂ ਬਾਈ ਜੀ ਜਾਣਾ ਚਾਹੁੰਦੇ ਆ। ਇਹਦਾ ਨਹੀਂ ਜੀ ਕਰਦਾ ਕਿ ਮੈਂ ਉਸ ਸ਼ਹਿਰ ਵਿੱਚ ਜਾਵਾਂ, ਮੇਰਾ ਉੱਥੋਂ ਦਾ ਵੀਜ਼ਾ ਲੱਗੇ ਜਿੱਥੇ ਕੋਈ ਗਮ ਨਾ ਹੋਵੇ, ਕੋਈ ਚਿੰਤਾ ਨਾ ਹੋਵੇ, ਕੋਈ ਝੋਰੇ ਨਾ ਹੋਣ, ਕੋਈ ਮਰੇ ਨਾ, ਕੋਈ ਮਰਗ ਨਾ ਹੋਵੇ, ਕੋਈ ਰੋਵੇ। ਭਗਤ ਰਵਿਦਾਸ ਜੀ ਨੂੰ ਉਸ ਰਾਣੀ ਨੇ ਪੁੱਛਿਆ ਸੀ ਕਿ ਭਗਤ ਜੀ ਉਹ ਕਿੱਥੇ ਸ਼ਹਿਰ? ਭਗਤ ਜੀ ਕਹਿੰਦੇ ਜਾਣਾ ਹੀ, ਕਹਿੰਦੇ ਜੀ ਘਲਾ ਦਿਓ ਤੇ ਫਿਰ ਕਿਰਪਾ ਹੀ। ਭਗਤ ਜੀ ਦੇ ਬੋਲ ਭਗਤ ਰਵਿਦਾਸ ਜੀ ਕਹਿੰਦੇ ਬੇਗਮਪੁਰਾ ਸ਼ਹਿਰ ਕੋ ਨਾਮ, ਉਹਦਾ ਨਾਮ ਬੇਗਮਪੁਰਾ, ਉੱਥੇ ਗਮ ਨਹੀਂ ਹੈਗਾ ਕਿਸੇ। ਇੱਥੇ ਜਿਹਨੂੰ ਮਰਜ਼ੀ ਠਾ ਕੇ ਵੇਖ ਲਓ ਚੀਕਾਂ ਹੀ ਨਿਕਲ। ਨਾਨਕ ਦੁਖੀਆ ਰਾਣੀ ਝਾਲਾਂ ਬਾਈ ਕਹਿੰਦੀ ਮੈਨੂੰ ਉੱਥੇ ਪਹੁੰਚਾ ਦੇ। ਉਹ ਕਹਿੰਦਾ ਤੈਂ ਕੀ ਲੈਣਾ, ਇੰਨੇ ਸੋਹਣੇ ਕੱਪੜੇ ਐ, ਗਹਿਣੇ ਐ, ਸੋਨੇ ਦੀਆਂ ਰੋਟੀਆਂ ਥਾਲੀ ਦੇ ਵਿੱਚ ਪਾ, ਕਿੰਨੇ ਆਨੰਦ ਵੱਜੇ ਹੈ। ਕਹਿੰਦੇ ਨਹੀਂ ਭਗਤ ਜੀ ਮੈਨੂੰ ਉਸ ਸ਼ਹਿਰ ਪਹੁੰਚਾ ਦੇ। ਦੋਖ ਅੰਦੋਰ ਨਹੀਂ ਤੇ ਠਾਓ,
ਜਿੱਥੇ ਕੋਈ ਗਮ ਨਾ ਹੋਵੇ, ਕੋਈ ਧੋਖਾ ਨਾ ਹੋਵੇ, ਕੋਈ ਕਿਸੇ ਨੂੰ ਤੰਗ ਨਾ ਕਰੇ। ਕਈ ਵਾਰੀ ਆਪਾਂ ਸਹਿ ਸੁਭਾਅ ਕਹੀਦਾ ਨਾ ਵੀ ਰੱਬ ਕਰੇ ਮੈਂ ਉਸ ਜਗ੍ਹਾ ਤੇ ਪਹੁੰਚ ਜਾਂ ਜਿੱਥੇ ਕੋਈ ਮੈਨੂੰ ਸਤਾਵੇ ਨਾ। ਇਹ ਤੇ ਤੈਨੂੰ ਮੜੀਆਂ ਤੋਂ ਬਾਅਦ ਵੀ ਸਤਾਉਣਗੇ। ਇਹ ਮੋਹ ਆ ਨਾ, ਇਸ ਕਰਕੇ ਆਓ ਉਸ ਬਾਪੂ ਵੱਲ ਨੂੰ ਚੱਲੀਏ। ਮਹਾਰਾਜ ਕਹਿੰਦੇ ਹੁਕਮ ਮੰਨਿਆ ਹੋਵੇ ਤੇ ਬੜੀ ਚੜ੍ਹਦੀ ਕਲਾ ਬਖਸ਼ਿਸ਼ ਹੁੰਦੀ। ਵੀ ਕਈ ਰੂਹਾਂ ਨੇ ਨਾ ਹੁਕਮ ਮੰਨਿਆ, ਚਲੋ ਕਈਆਂ ਅੰਮ੍ਰਿਤ ਛਕਣਾ ਸੀ, ਅੰਮ੍ਰਿਤ ਛਕ ਲਿਆ। ਕਈ ਵਿਚਾਰਿਆਂ ਨੇ ਜੇ ਕੇਸ ਰੱਖਣੇ, ਉਹਨਾਂ ਨੇ ਕੇਸ ਰੱਖਣੇ ਸ਼ੁਰੂ ਕਰਤੇ। ਕਈ ਸੰਗਤਾਂ ਜਿਹੜੀਆਂ ਇੱਧਰ ਉੱਧਰ ਪਹਿਰਾ ਕਰ ਲੈਂਦੀਆਂ ਸੀ, ਉਹਨਾਂ ਨੇ ਵੀ ਕਹਿਤਾ ਬਾਬਾ ਜੀ ਅੱਜ ਤੋਂ ਬਾਅਦ ਛੱਡਿਆ, ਮੇਰਾ ਕੁਝ ਨਹੀਂ, ਮੈਂ ਚਲੇ ਜੂ, ਕੋਈ ਹੋਰ ਆ ਜੂ। ਹੁਣ ਮੈਂ ਠੀਕ ਨਹੀਂ ਸੀ, ਪਹਿਰਾ ਚੱਲੀ ਗਿਆ। ਇਹ ਨਹੀਂ ਰੁਕਣਾ। ਪਰ ਮਾਰੇ ਕਹਿੰਦੇ ਭਲਿਆ ਲਾਹਾ ਲੈ, ਵਕਤ ਬੜਾ ਕੀਮਤੀ ਹੈ, ਹੁਕਮ ਮੰਨਿਆ ਹੋਵੇ ਰਵਾਨ। ਕਹਿੰਦੇ ਸੁਣ ਕੇ ਨਾ ਭਾਜਿਆ ਕਰ, ਇਹਨੂੰ ਮੰਨਿਆ ਵੀ ਕਰ। ਤੇ ਫਿਰ ਕੀ ਹੋਊਗਾ? ਤਾਂ ਖਸਮੇ ਕਾ ਫਿਰ ਬੂਹੇ ਖੁੱਲਣੇ ਤੇਰੇ ਲਈ। ਹੁਣ ਮੰਨ ਲਓ ਆਪਾਂ ਬੌਲੀ ਸਰਾਏ ਬੂਹੇ ਬੰਦ ਹੋਣ ਤੇ ਫਿਰ ਦਿਲ ਨੂੰ ਘਬਰਾਹਟ ਕੋ ਨਾ, ਮੈਨੂੰ ਅੰਦਰ ਨਹੀਂ ਲੰਘਣ ਦਿੰਦੇ। ਤੇ ਭਾਈ ਮਾਨ ਸਿੰਘ ਜਦੋਂ ਸ਼ਹੀਦ ਹੋਣ ਲੱਗਾ ਸੀ ਤੇ ਉਹਨੇ ਆਖਿਆ ਮਹਾਰਾਜ ਸੱਚਖੰਡ ਦੇ ਨਜ਼ਰ ਆ ਰਿਹਾ ਸਭ ਕੁਝ, ਪਰ ਬੂਹਾ ਬੰਦ ਆ। ਤੇ ਬੂਹੇ ਦੇ ਉੱਤੇ ਇੱਕ ਚਿੱਠੀ ਲਮਕਦੀ ਆ। ਉਹ ਚਿੱਠੀ ਤੇ ਲਿਖਿਆ ਕੀ? ਬਾਜਾਂ ਵਾਲੇ ਕਹਿੰਦੇ ਲਿਖਿਆ ਵਾ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿਰ। ਤੇ ਮਹਾਰਾਜ ਕਹਿੰਦੇ ਉਹ ਚਿੱਠੀ ਨੂੰ ਲਾ ਕੇ ਬੂਹਾ ਖੋਲ੍ਹੋ। ਕਹਿੰਦੇ ਪਾਤਸ਼ਾਹ ਹੱਥ ਲਾਉਣੇ ਆ ਤੇ ਕਰੰਟ ਪੈਂਦਾ। 50 ਫੁੱਟ ਪਿਛਾਂਹ ਮਾਰਦੀ ਚੁੱਕ ਕੇ। ਬਾਜਾਂ ਵਾਲੇ ਕਹਿੰਦੇ ਚਾਹੁੰਦਾ ਕੀ ਹੈ? ਕਹਿੰਦੇ ਪਾਤਸ਼ਾਹ ਆਪਣੇ ਹੱਥਾਂ ਨਾਲ ਚਿੱਠੀ ਨੂੰ ਲਾਓ ਤੇ ਸਾਨੂੰ ਅੰਦਰ ਲੰਘਾਓ। ਤੋ ਇਸ ਕਰਕੇ ਇੱਕ ਮਹਾਂਪੁਰਖਾਂ ਨੇ ਧਾਰਨਾ ਪੜ੍ਹੀ ਸੀ, ਲੋਕਾਂ ਨੇ ਬੜਾ ਮਜ਼ਾਕ ਉਡਾਇਆ, ਕਿਉਂਕਿ ਉਹਨਾਂ ਆਪਣੇ ਤਰੀਕੇ ਨਾਲ ਪੜ੍ਹੀ ਸੀ ਕਿ ਸੰਤਾਂ ਨੇ ਲੇਖਾ ਪਾੜ ਦਿੱਤਾ ਤੇ ਇਦਾਂ ਕਰਕੇ ਸੀ ਕੁਝ ਜੀ, ਬਾਹੋਂ ਫੜ ਕੇ ਤੇ ਸੱਚਖੰਡ 'ਚ ਵਾੜਤਾ। ਲੋਕਾਂ ਨੇ ਇੰਨਾ ਜਲੂਸ ਕੱਢਿਆ ਉਸ ਕਮਾਈ ਵਾਲੀ ਰੂਹ, ਕਿਉਂਕਿ ਸਾਡੇ ਅੰਦਰ ਗੰਦ ਆ, ਸਾਡੀ ਸੋਚ ਪੁੱਠੀ। ਉਸ ਧਾਰਨਾ ਨੂੰ ਮੋਬਾਈਲਾਂ 'ਤੇ ਇੰਨਾ ਕੁ ਲੋਕਾਂ ਨੇ ਮਜ਼ਾਕ ਉਡਾਇਆ। ਅਸਲ 'ਚ ਉਹ ਕਿਸੇ ਦੀ ਭਾਵਨਾ ਸੀ। ਭਾਵਨਾ ਨਹੀਂ ਕੋਈ ਵੇਂਦਾ, ਅੱਜ ਕੱਲ੍ਹ ਨੁਕਸ ਵੇਂਦੇ ਅਗਲੇ। ਤੁਹਾਡੇ 'ਚ ਤੁਸੀਂ MA ਕੀਤੀ, ਡਬਲ MA ਕੀਤੀ ਆ, ਤੁਸੀਂ ਸੂਟ 20,000 ਦਾ ਪਾਇਆ, ਤੁਹਾਡੀ ਜੇਬ 'ਚ ਲੱਖ ਰੁਪਈਆ 25 ਤੋਲੇ ਸੋਨਾ ਪਾਇਆ, ਜਿਹੜਾ ਵੇਖਣਾ ਤੁਹਾਡੇ 'ਚ ਨੁਕਸ ਵੇਖਣਾ। ਚੱਕੀ ਫਿਰੋ ਵਿਦਿਆ ਆਪਣੀ, ਚੱਕੀ ਫਿਰੋ ਮੈਲ ਮਾੜੀਆਂ, ਤੁਹਾਡਾ ਨੁਕਸ ਲੱਭਣ। ਨੁਕਸ ਕੀ ਹੈ? ਤੋ ਭਾਗਾਂ ਵਾਲਿਓ, ਇਸ ਕਰਕੇ ਮਾਨ ਸਿੰਘ ਨੇ ਆਖਿਆ ਸਤਿਗੁਰੂ ਬੂਹਾ ਬੰਦ ਦੀਦਾ ਵਾ। ਮਹਾਰਾਜ ਸਾਹਿਬ ਜੀ ਕਹਿੰਦੇ ਫਿਰ ਕੀ ਕਰੀਏ? ਕਹਿੰਦੇ ਪਾਤਸ਼ਾਹ ਫਿਰ ਖੋਲੋ। ਟੂਟੀ ਗੰਢ ਨਹਾਰ ਗੋਪਾਲ ਸਰਬ ਜੀਆਂ, ਸਗਲ ਕੀ ਚਿੰਤਾ। ਤੁਸੀਂ ਕਿਹਦੇ ਕੋਲ ਬੈਠੇ ਜੇ? ਗੁਰੂ ਗ੍ਰੰਥ ਸਾਹਿਬ ਕੋਲ। ਹਰ ਬੰਦੇ ਨੂੰ ਆਪਣੇ ਪਰਿਵਾਰ ਦੀ ਚਿੰਤਾ, ਆਪਣੀ ਚਿੰਤਾ। ਪਰ ਮੇਰੇ ਬਾਪੂ ਕੀ ਕਹਿੰਦੇ? ਸਗਲ ਕੀ ਚਿੰਤਾ ਜਿਸ ਮਨ ਮਾਹੇ। ਇਹ ਬਾਪੂ ਨੂੰ ਸਭ ਦੀ ਚਿੰਤਾ। ਹੁਣ ਮੈਂ ਆਪਣੀ ਅਰਦਾਸ ਕਰਨੀ, ਤੁਸੀਂ ਆਪਣੀ ਕਰਨੀ ਹੈ। ਪਰ ਇਹ ਇੰਨਾ ਦਿਆਲੂ ਆ, ਜਿੰਨੇ ਲੱਖਾਂ ਵੀ ਆ ਜਾਣ ਨਾ, ਇਹਨੂੰ ਸਾਰਿਆਂ ਦਾ ਪਤਾ। ਸਗਲ ਕੀ ਚਿੰਤਾ ਜਿਸ ਮਨ ਮਾਹੇ। ਹਾਂ, ਤੇ ਇਹ ਵੀ ਨਾਲ ਕਹਿਦਾ ਵੀ ਇਹਨੂੰ ਪਤਾ ਵੀ ਹੈ ਤੇ ਖਾਲੀ ਵੀ ਨਹੀਂ ਮੋੜਦਾ। ਗਾੜੀ ਅਗਲੀ ਬੰਦੀ ਕੀ ਕਹਿੰਦੇ? ਤਿਸ ਤੇ ਬਿਰਥਾ ਕੋਈ ਨਾਹੀਂ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹਦੇ ਘਰੋਂ ਖਾਲੀ ਨਹੀਂ ਜਾਂਦਾ। ਐਵੇਂ ਮੇਰੇ ਤੇਰੇ ਵਰਗਾ ਤੁਹਾਨੂੰ ਡਰਾ ਦੇ ਤੇ ਡਰ ਨਾ ਜਾਇਓ। ਸ਼ਬਦ ਕਹਿ ਰਿਹਾ ਵੀ ਇਹਨੂੰ ਸਾਰਿਆਂ ਦੀ ਚਿੰਤਾ। ਤੇ ਇੱਕ ਚਿੰਤਾ ਹੀ ਨਹੀਂ, ਕਈ ਵਾਰ ਆਪਾਂ ਕਿਸੇ ਦੀ ਚਿੰਤਾ ਕਰਦੇ ਫੀਲ, ਪਰ ਆਪਣੇ ਕੋਲ ਉਹਦੀ ਚਿੰਤਾ ਦਾ ਕੋਈ ਬੋਲੋ ਹੱਲ ਨਹੀਂ ਨਾ ਹੈਗਾ। ਗੁਰੂ ਸਾਹਿਬ ਨੂੰ ਚਿੰਤਾ ਵੀ ਸਾਰਿਆਂ ਦੀ ਹੈ। ਹੁਣ ਕਈਆਂ ਦੇ ਬੱਚੇ ਦੁਖੀ, ਬੱਚੀਆਂ ਦੁਖੀ, ਪਰਿਵਾਰ, ਉਹ ਚਿੰਤਾ ਕਰਦੇ ਪਰ ਉਹਦਾ ਹੱਲ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਮੈਂ ਚਿੰਤਾ ਵੀ ਕਰੂੰਗਾ ਤੇ ਤੇਰਾ ਹੱਲ ਵੀ ਕੱਢੂੰਗਾ। ਸਗਲ ਕੀ ਚਿੰਤਾ ਤਿਸ ਤੇ ਵਿਰਥਾ ਕੋਈ ਨਾ। ਰੇ ਮਨ ਮੇਰੇ ਸਦਾ ਹਰ ਜਾ। ਹਾਂ, ਕਹਿੰਦੇ ਜਪਣਾ ਪੈਣਾ। ਤੇ ਜਿੰਨਾ ਆਨੰਦ ਸੰਗਤ ਵਿੱਚ ਜਾਪ ਕਰਨ ਦਾ ਨਾ, ਉਹ ਕਿਤੇ ਨਹੀਂ ਜਾਏਗਾ। ਸੱਚ ਜੀ ਸੰਗਤ, ਜੋ ਆਪਾਂ ਨੂੰ ਮਹਾਰਾਜ ਇਸ ਵੇਲੇ ਦਿੰਦੇ ਕਿਤੇ ਨਹੀਂ ਜੇ ਲੱਭਣਾ। ਭਾਵੇਂ ਤਰਸਦੇ ਰਹੋ ਵੀ ਮਹਾਰਾਜ ਕਿਰਪਾ ਦਇਆ ਕਰਦੇ ਆ।
इस करके पातशाह जी ने बूए खोले ते लाहा लिया करो, हुक्म मन्निया। सारे पढ़िया करो, तुहानू याद रहा करो, हुक्म मन्निया। हमारे कहते आना गुरुद्वारे ते जिहड़ा कोई सुनता उन्होंने मन, फिर की होगा, तां खसमै का महल पाई सी। फिर आवेंगा जदों ते मैं बूए खोल के उड़ीकूँ। ਤੁਹਾਨੂੰ ਕੋਈ ਦਿਲੋਂ ਚਾਹੁੰਦਾ ਹੋਵੇ ਨਾ, ਤੁਸੀਂ ਜਾਣਾ ਹੋਵੇ ਮਿਲਣ, ਤੇ ਉਹ ਬੂਆ ਖੁੱਲ੍ਹਾ ਹੋਵੇ, ਰਾਹ 'ਚ ਖੜੋਤਾ ਹੋਵੇ, ਤੇ ਕਿੰਨੀ ਖੁਸ਼ੀ ਆਉਂਦੀ। ਤੇ ਜੇ ਤੁਸੀਂ ਜਾਓ ਤੇ ਬੂਆ ਬੰਦ ਹੋਵੇ ਤੇ ਵਿਲ ਵੱਜੀ ਜਾਵੇ ਤੇ ਮਨ ਪਰੇਸ਼ਾਨ। ਮਹਾਰਾਜ ਕਹਿੰਦੇ ਤਾਂ ਖਸਮੇ ਕਾ ਮਹਿਲ, ਬਾਪੂ ਕਹਿੰਦਾ ਬੂਏ ਖੋਲ ਕੇ ਰੱਖੂੰਗਾ, ਪਰ ਤੂੰ ਵੀ ਖੋਲ ਕੇ ਰੱਖੇ। ਇਹ ਨਾ ਹੋਵੇ ਤੂੰ ਅੰਦਰ ਦੇ ਪਿਆਰ ਦੇ ਬੂਏ ਢੋਲੇ। ਬੇਬੇ ਮਾਂ ਤ੍ਰਿਪਤਾ ਜੀ ਕਹਿ ਰਹੇ ਨੇ ਕਿ ਨਾਨਕ ਜੀ ਮੈਨੂੰ ਕੁਛ ਨਹੀਂ ਚਾਹੀਦਾ, ਤੂੰ ਕੋਈ ਕੰਮ ਨਾ ਕਰਿਆ ਕਰ, ਬਸ ਜਦੋਂ ਹੁਕਮ ਕਰੇ ਮੈਂ ਬਸਤਰ ਧੋ ਦਿਆ ਕਰਾਂਗੀ, ਜਦੋਂ ਹੁਕਮ ਕਰੇ ਮੈਂ ਤੈਨੂੰ ਸਮੁੰਦਰ ਤੱਤਾ ਕਰ ਦਿਆ ਕਰਾਂ ਦੁੱਧ, ਜਦੋਂ ਤੈਨੂੰ ਹੁਕਮ ਹੋਵੇ ਮੈਂ ਗਰਮ ਪ੍ਰਸ਼ਾਦਾ ਲਾ ਦਿਆ ਕਰਾਂਗੀ, ਜਦੋਂ ਹੁਕਮ ਕਰੇ ਮੈਂ ਤੈਨੂੰ ਪੱਖੀ ਪੱਖਾ ਵੀ ਝੱਲਿਆ ਕਰਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਵੀ ਹੈ ਕਿ ਗੁਰੂ ਮਹਾਰਾਜ ਦੀ ਸੇਵਾ ਚਾਕਰੀ ਜਿਹੜੀ ਪਹਿਲਾਂ ਪੱਖਾ, ਉਦੋਂ ਪੱਖੇ ਨਹੀਂ ਸੀ ਹੁੰਦੇ, तो महाराज की सेवा सिख करते रहे। पानी पीस पखा आदि जेड़ा सारे कारज पीसन दे चक्की दे, तो पानी ढोना गुरु घर दे विच दूरों खूह तो पखी की सेवा करनी। तो महाराज सच्चे पातशाह जी ने कृपा की, उदों सगों संगतां ज़्यादियां आउंदियां सी, जदों ना पखा चलना वारी वारी पानी लियाना। हुण ते एसी लगे गुरुद्वारे ते गुरु घर आउंदा कोई नहीं। उदों पुराने समय च बत्ती नहीं सी हुंदी, किसी ने दीवा जगाना, देसी घ्यो की जोत उदों ही तुरी है, ਉਹਦੇ ਘਿਓ ਦੇ ਵਿੱਚੋਂ ਔਰਾ ਨਿਕਲਣਾ। ਕਹਿੰਦਾ ਗੁਰੂ ਘਰ ਦੇ ਵਿੱਚ ਮਿੱਟੀ ਦਾ ਤੇਲ ਡੀਜ਼ਲ ਲਾਵਾਂਗੇ ਤੇ ਕਾਲਾ ਕਰੂਗਾ। ਇਹ ਘਰਾਂ 'ਚ ਦੇਸੀ ਘਿਓ ਖੁੱਲ੍ਹਾ ਸੀ ਤੇ ਜੋਤ ਜਗਾ ਦੇਣੀ, ਕਿਉਂਕਿ ਉਹਦਾ ਔਰਾ ਬੜਾ ਪਵਿੱਤਰ। ਐਵੇਂ ਰੌਲਾ ਪਾ ਛੱਡਿਆ ਜੋਤ ਮਨ ਮੱਤ ਤੁਹਾਡਾ ਮਨ ਹੀ ਮੱਤ ਹੋ ਗਿਆ ਕੋ ਸਤਿਨਾਮ। ਉਦੋਂ ਜੋਤ ਜਗਣੀਆਂ 4-4 ਜੋਤਾਂ 5-5 ਕਹਿਣਾ। ਘਿਓ ਦੀ ਬਖਸ਼ਿਸ਼ ਏਡੀ ਆਉਂਦੀ, ਜਦੋਂ ਘਿਓ ਸੜਦਾ ਵੱਟੀ 'ਚ ਨਾ, ਨਕੰਮੇ ਤੋਂ ਨਕੰਮਾ ਮੇਰੇ ਵਰਗਾ ਸੰਗਤ 'ਚ ਆ ਜਾਏ ਤੇ ਉਹਦਾ ਵੀ ਜੀ ਕਰਦਾ ਮੈਂ ਕਥਾ ਸੁਣ ਲਾਂ। ਔਰਾ ਹੁੰਦਾ ਹਰ ਚੀਜ਼ ਦਾ, ਔਰਾ ਬਣ ਜਾਂਦਾ, ਮਨ ਦੇ ਉੱਤੇ ਅਸਰ ਪੈਂਦਾ। ਅਗਰਬੱਤੀਆਂ ਮਹਾਂਪੁਰਖ ਜਿਹੜੀ ਸਮਗਰੀ ਵਾਲੀ ਧੂਪ ਵਰਤਦੇ, ਐਵੇਂ ਨਹੀਂ ਸੀ ਵਰਤਦੇ। ਆਪਾਂ ਕਹਿੰਦੇ ਮੈਨੂੰ ਧੂੰਆਂ ਚੜ੍ਹਦਾ, ਇਹ ਅਸਲ ਵਿੱਚ ਉਹਦਾ ਕਾਰਨ ਸੀ ਵੀ ਖਪਿਆ ਤਪਿਆ ਟੁੱਟਿਆ ਫੁੱਟਿਆ ਮਨ ਜਦੋਂ ਗੁਰੂ ਕੋਲ ਆਵੇ ਤੇ ਇਹਨੂੰ ਇੱਦਾਂ ਦੀ ਬਖਸ਼ਿਸ਼ ਮਿਲੇ, ਇੱਦਾਂ ਦਾ ਔਰਾ ਮਿਲੇ, ਇਹ ਮੱਥਾ ਟੇਕਦੇ ਸਮਾਧੀ ਲੱਗ ਗਈ। ਉਹ ਮਹਾਂਪੁਰਖ ਤਾਂ ਵਰਤਦੇ ਸੀ ਉਹ ਸਮਗਰੀਆਂ ਤੇ ਉਹ ਚੀਜ਼ਾਂ। ਅੱਜ ਸਾਡੇ ਕੋਲ ਹੌਲੀ ਹੌਲੀ ਸਭ ਕੁਝ ਖੁੱਸ ਚੱਲਿਆ। ਹੁਣ ਕਿੰਨੇ ਕਿੰਨੇ ਮਹਿੰਗੇ ਤਰਪਾਈ ਦੇ 2 ਮਿੰਟ ਮਹਿਕ ਨਹੀਂ ਆਉਂਦੀ, ਲੱਖਾਂ ਰੁਪਈਆ ਖਰਚ ਲਓ, ਪਰ ਉਹ ਸਮਗਰੀ ਦੀ ਇੱਕ ਚੁਟਕੀ ਪਾਈ ਹੋਵੇ ਤੇ ਬਾਹਰਲੇ ਗੇਟ ਤੱਕ ਬਖਸ਼ਿਸ਼ੀ ਵਰੀ ਜਾਂਦੀ ਹੈ। ਪਰ ਹੁਣ ਬਣਾਊ ਕਿਹੜਾ, ਲਿਆਊ ਕਿਹੜਾ ਤੇ ਪਾਊ ਕਿਹੜਾ। ਉਹ ਸਮਾਂ ਪਿਆਰਾ ਸੀ। ਸੋ ਆਓ ਪਿਆਰੇ, ਉਹ ਪਿਆਰ ਦੀ ਕਥਾ ਚੱਲ ਰਹੀ ਸਾਰੀ ਹੈ। ਤੇ ਮਾਂ ਤ੍ਰਿਪਤਾ ਕਹਿੰਦੇ ਨਾਨਕ ਜੀ ਮੈਨੂੰ ਕੁਛ ਨਹੀਂ ਚਾਹੀਦਾ। ਪਿਆਰ ਕਰਨ ਵਾਲਿਆਂ ਨੂੰ ਚਾਹੀਦਾ ਵੀ ਕੁਛ ਨਹੀਂ, ਕਿਉਂਕਿ ਪਿਆਰ ਤੇ ਦੁਨੀਆ ਤੇ ਹੈਗਾ, ਬਾਕੀ ਕਿਹੜਾ ਇੱਥੇ ਕੁਝ ਲਿਆਏ ਆ। ਤੇ ਮਾਂ ਜੀ ਕਹਿੰਦੇ ਵੀ ਤੂੰ ਨਾਨਕ ਜੋ ਕਵੇਂ ਮੈਂ ਕਰੂੰ, ਪਰ ਇੱਕ ਬੇਨਤੀ ਮੈਨੂੰ ਛੱਡ ਕੇ ਨਾ ਜਾ। ਤੇ ਬਾਪੂ ਜੀ ਦੀ ਵਾਰੀ ਆ ਗਈ। ਬੇਬੇ ਨੇ ਕੁਛ ਨਹੀਂ ਮੰਗਿਆ, ਸਿਰਫ ਮੰਗਿਆ ਨਾਨਕ ਜੀ ਦੇ ਦਰਸ਼ਨ। ਵੀ ਬਸ ਜਿੱਦਾਂ ਆਪਾਂ ਪੜ੍ਹਿਆ ਸੀ ਨਾ, ਸੇਵ ਕਰੀ, ਬਸ ਮੈਂ ਤੇਰੀ ਸੇਵਾ ਹੀ ਕਰੀ ਜਾਵਾਂ ਤੇ ਮੈਨੂੰ ਭੋਰਾ ਵੀ ਦੂਰ ਨਾ ਕਰੀ। ਸੇਵ ਕਰੀ ਜਨ ਨਾਨਕ, ਮੈਨੂੰ ਆਪਣਾ ਚਾਕਰ ਬਣਾ ਲਾ ਵਾਹਿਗੁਰੂ, ਤੇ ਦੂਰ ਨਾ ਕਰੀ। ਤੇ ਮਾਂ ਤ੍ਰਿਪਤਾ ਕਹਿੰਦੀ ਮੈਂ ਤੇਰੀ ਸੇਵਾ ਹੀ ਕਰੀ ਜਾਵਾਂ, ਪਰ ਮੇਰੇ ਤੋਂ ਵਿਛੋੜਾ ਨਹੀਂ ਸਹਿ ਹੁੰਦਾ, ਜਾਇਆ ਨਾ ਕਰ, ਦੂਰ ਨਾ ਜਾਇਆ ਕਰ, ਮੈਂ ਕੁਛ ਨਹੀਂ ਚਾਹੁੰਦੀ। ਮਾਂ ਸੀ। ਤੇ ਫਿਰ ਬਾਪੂ ਦੀ ਵਾਰੀ ਆਈ ਤੇ ਬਾਪੂ ਜੀ ਥੋੜ੍ਹਾ ਜਿਹਾ ਗਰਮ ਹੋਏ। ਉਹ ਕਹਿੰਦੇ ਵੀ ਤੂੰ ਮੋਦੀ ਵੀ ਕੰਮ ਛੱਡਤਾ, ਪੈਸਾ ਤੈਨੂੰ ਕਿਸੇ ਬੰਨਿਓ ਦਵਾਨੀ ਨਹੀਂ ਆਉਂਦੀ, ਤੇ ਸਾਰੀ ਜਵਾਨੀ ਤੇਰੀ ਵਿਅਰਥ ਜਾਂਦੀ ਪਈ ਹੈ। ਰੁਪਈਆ ਕੋਲੇ ਕੋਈ ਨਹੀਂ ਤੇਰੇ, ਕਿਉਂਕਿ ਜਿੰਨੇ ਪੈਸੇ ਬਚੇ ਤੂੰ ਸਾਰੇ ਲੁਟਾਤੇ ਹੈ। ਇੱਥੋਂ ਤੱਕ ਕਥਾ ਪਹੁੰਚੀ ਹੈ, ਪਰ ਸੁੱਖਾਂ ਦੇ ਦਾਤੇ ਮਹਾਰਾਜ ਸੱਚੇ ਪਾਤਸ਼ਾਹ ਸੁਣੀ ਜਾਂਦੇ ਹੈ। ਬੇਬੇ ਨੇ ਆਪਣਾ ਪਿਆਰ ਜਤਾਇਆ ਤੇ ਪਿਤਾ ਜੀ ਨੇ ਆਪਣੇ ਤਰੀਕੇ ਨਾਲ ਕਿਹਾ ਵੀ ਸ਼ਰੀਕ ਖੁਸ਼ ਹੁੰਦੇ ਆ। ਕਹਿੰਦੇ ਆ ਵੀ ਵਾਵਾ ਪਟਵਾਰੀ ਦੀ ਕੀਤੀ ਕਮਾਈ ਜਿਹੜੀ ਆ ਨਾ,
ਇਹਦੇ ਪੁੱਤਰ ਨੇ ਬਰਬਾਦ ਕਰਤੀ। ਤੇ ਇਹ ਹੁੰਦਾ ਹੀ ਹਰ ਕਿਸੇ ਸ਼ਰੀਕੇ ਭਾਈਚਾਰੇ ਵੀ ਜੇ ਉਹਨੇ ਕਿਹਾ ਰੋਟੀ ਖਾਓ ਤੇ ਫਿਰ ਕਹਿੰਦੇ ਖਾਂਦਾ ਕਿੱਥੋਂ, ਤੇ ਜੇ ਇਹਨੇ ਫਿਰ ਕਹਿੰਦੇ ਭੁੱਖਾ ਮਰਦਾ। ਕਹਿੰਦੇ ਮਹਾਂਪੁਰਖ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦੇ ਬਚਨ ਸੀ, ਕਹਿੰਦੇ ਦੁਨੀਆ ਖੱਚਰ ਵਰਗੀ ਹੈ। ਕਹਿੰਦੇ ਬਾਬਾ ਜੀ ਖੱਚਰ ਵਰਗੀ ਕਿਉਂ ਹੈ? ਕਹਿੰਦੇ ਅਗਲੇ ਪਾਸਿਓਂ ਲੰਘੋ ਤੇ ਦੰਦੀ ਵੜਦੀ ਆ, ਤੇ ਪਿਛਲੇ ਬੰਨੇ ਹੋ ਤੇ ਲੱਤਾਂ ਮਾਰਦੀ ਆ। ਉਹ ਮਹਾਂਪੁਰਖਾਂ ਦੇ ਬੜੇ ਡੂੰਘੇ ਬੋਲ ਸੀ। ਦੁਨੀਆ ਕਿਸੇ ਪਾਸੇ ਨਹੀਂ, ਜਿਹਨੂੰ ਪੰਜਾਬੀ 'ਚ ਕਹਿੰਦੇ ਦਾਤੀ ਨੂੰ ਦੁਨੀਆ ਨੂੰ। ਹਾਂ ਬਸ ਇਸ ਕਰਕੇ ਸਾਡੀ ਜਿੱਥੇ ਲੱਗੀ ਰਹਿਣ ਦੇ। ਲੋਕੀ ਕਹਿੰਦੇ ਠੱਗੀ ਆ, ਹਾਂ ਕਹਿੰਦੇ ਤੁਰਪੇ ਵਾਲੀ ਸਾਹਿਬ ਠੱਗੀ ਤੇ ਠੱਗੀ ਸਹੀ, ਸਾਡੀ ਲੱਗੀ ਤਾਂ ਲੱਗੀ ਹੈ। ਤੁਮਾਰੇ ਸੱਚੇ ਪਾਤਸ਼ਾਹ ਤੁਹਾਡੀ ਯਾਤਰਾ ਕਰੇ ਸਫਲ। ਮਹਿਤਾ ਕਲਿਆਣ ਦਾਸ ਕਹਿੰਦੇ ਨਾਨਕ ਜੀ ਤੂੰ ਮੂੰਹ ਕਢਾਉਣ ਜੋਗਾ ਨਹੀਂ ਸ਼ਕ, ਕੋਲੇ ਤੇਰੇ ਕੁਝ ਨਹੀਂ, ਘਰ ਵਾਲੀ ਤੇਰੀ ਚਲੇਗੀ, ਬੱਚੇ ਕਿਤੇ ਫਿਰਦੇ ਆ, ਮਾਂ ਤੇਰੀ ਤੜਫਦੀ ਫਿਰਦੀ ਆ। ਇਹ ਰੱਬ ਦੇ ਨਾਲ ਸਭ ਕੁਝ ਹੁੰਦਿਆ, ਆਪਾਂ ਤੇ ਚੀਜ਼ ਹੀ ਕੋਈ ਨਹੀਂ। ਤੇ ਕਹਿੰਦੇ ਸ਼ਰੀਕ ਹੱਸਣ ਦਾ, ਕੱਛਾਂ ਥਣੀਆਂ ਹਾਸਾ ਨਿਕਲਦਾ ਸਭ ਦਾ ਵੀ ਲੈ ਪਟਵਾਰੀ ਸਾਹਿਬ ਨੇ ਬੜੇ ਜੋੜੇ ਸੀ ਤੇ ਇਹਦੀ ਔਲਾਦ ਨੇ ਬਰਬਾਦ ਕਰ ਦਿੱਤਾ। ਇਹ ਮਹਾਰਾਜ ਨੂੰ ਸੱਚੇ ਪਾਤਸ਼ਾਹ ਨੂੰ ਸਮਝਣ ਨਹੀਂ ਦਿਆ ਵੀ ਮਹਾਰਾਜ ਕਹਿੰਦੇ ਤੁਹਾਨੂੰ ਕੀ ਪਤਾ ਲੋਕੀ ਉਹ ਚੀਜ਼ਾਂ ਜੋੜ ਖੁਸ਼ ਹੁੰਦੇ ਜਿਹੜੀਆਂ ਛੱਡ ਜਾਣੀਆਂ ਏ, ਅਸੀਂ ਉਹ ਚੀਜ਼ਾਂ ਜੋੜ ਹੁੰਦੇ ਉਹ ਜਿਹੜੀਆਂ ਨਾਲ ਲੈ ਕੇ ਜਾਣੀਆਂ। ਇਸ ਕਰਕੇ ਇੱਕ ਵਾਰੀ ਫੇਰ ਸਾਰੇ ਪੜ੍ਹ ਕੇ ਚੱਲ ਗਏ। ਗੁਰਮੁਖ ਲਾਹਾ ਲੈ ਗਏ, ਗੁਰਮੁਖ ਪੜੋ, ਗੁਰਮੁਖ ਲਾਹਾ ਲੈ ਗਏ, ਗੁਰਮੁਖ ਲਾਹਾ ਮਨਮੁਖ ਚੱਲੇ ਮੂਲ ਗਵਾਏ ਜਿਉ, ਮਨਮੁਖ ਚੱਲੇ ਮੂਲ ਗਵਾਏ ਜਿਉ, ਮਨਮੁਖ ਚੱਲੇ ਮੂਲ ਗਵਾਏ ਜਿਉ, ਗੁਰਮੁਖ ਗੁਰਮੁਖ ਲਾਹਾ ਲੈ ਗਏ, ਗੁਰਮੁਖ ਲਾਹਾ ਲੈ ਗਏ, ਗੁਰਮੁਖ ਲਾਹਾ ਲੈ ਗਏ। ਭਾਗਾਂ ਵਾਲਿਓ ਤੁਸੀਂ ਸ਼ੁਕਰ ਕਰਿਆ ਕਰੋ, ਲਾਹਾ ਲੈ ਰਹੇ ਹੋ। जनक की बात सुन तुष नहीं रहे गुर, वाक न बखाने सो कल्याण को जुदानियां। ਮਹਾਰਾਜ ਦੀ ਬਾਣੀ 'ਚ ਇੱਕ ਭਗਤੀ ਆਉਂਦੀ ਹੈ, ਜਿੱਥੇ ਬੋਲਣ ਹਾਰੀਏ ਤਥਾ ਚੰਗੀ ਚੁੱਪ। ਹਾਂ ਇਹ ਗੁਣ ਰੱਖੋ ਕੋਲੇ, ਜਿੱਥੇ ਤੁਹਾਡੀ ਕੋਈ ਪੇਸ਼ ਨਾ ਜਾਵੇ, ਤੁਹਾਨੂੰ ਪਤਾ ਲੱਗੇ ਵੀ ਮੇਰੇ ਬੋਲੇ ਦਾ ਇੱਥੇ ਕੋਈ, ਉੱਥੇ ਕਹਿੰਦੇ ਮਹਾਰਾਜ ਕਹਿੰਦੇ ਚੁੱਪ ਹੋ ਜਾਣਾ ਬਹੁਤ ਸਿਆਣੀ ਗੱਲ ਹੈ। ਸਾਡੇ ਬਜ਼ੁਰਗਾਂ ਨੇ ਕਹਿਣਾ, ਪੁਰਾਣਿਆਂ ਕਹਿਣਾ, ਪੱਥਰ ਨੂੰ ਸਮਝਾਵਣਾ ਕੀ ਤੇ ਪੱਥਰ ਨੂੰ ਕੀ ਪਾਲਾ। ਅੱਗੇ ਕੀ ਸੀ, ਉਹ ਕਾਲਾ ਕੰਬਲ ਧੋਈਏ 9 ਮਣ ਇੱਦਾਂ ਜੇ ਕਰਕੇ ਫਿਰ ਕਾਲੇ ਦਾ ਕਾਲਾ। ਉਹ ਇਸ ਕਰਕੇ ਮਾਰੇ ਕਹਿੰਦੇ ਪੁੱਤ ਬਿਨ ਗਾਹਕ ਗੁਣ ਵੇਚੀਐ। ਕਹਿੰਦੇ ਉਹਨਾਂ ਸੰਗਤਾਂ ਲਈ ਤੁਸੀਂ ਪੜ੍ਹੋ ਵਿਦਿਆ, ਉਹਨਾਂ ਲਈ ਸਿਰ ਖਪਾਓ ਜਿਨ੍ਹਾਂ ਨੇ ਤੁਹਾਡਾ ਮੁੱਲ ਪਾਉਣਾ। ਤੇ ਕਹਿੰਦੇ ਜਿਨ੍ਹਾਂ ਨੇ ਟੀਚਰਾਂ ਕਰਨੀਆਂ, ਮਜ਼ਾਕ ਕਰਨੇ, ਉਹ ਝੋਟੇ ਅੱਗੇ ਬੀਣ ਵਜਾਉਣ ਦਾ ਕੋਈ, ਬੀਣ ਵਜਾਉਣੀ ਤੇ ਸੱਪ ਅੱਗੇ ਵਜਾਓ, ਕਮ ਸੇ ਕਮ ਕਿਤੇ ਮਣੀ ਦੇ ਜੂਗਾ। ਇਹ ਗੁਰਬਾਣੀ ਦੇ ਬੋਲ ਆ, ਗੁਣ ਕਾ ਗਾਹਕ ਜੇ ਮਿਲੇ ਤਉ ਗੁਣ ਲਾ। ਕਹਿੰਦੇ ਕਦਰ ਵਾਲੇ ਨੂੰ ਸੁਣਾਈ, ਬੇਕਦਰਾਂ ਨਾਲ ਮੱਥਾ ਨਾ ਲਾਈ, ਰੋਲ ਦੇਣਗੇ ਬੇਕਦਰ ਜਿਹੜੇ ਆ। ਇਸ ਕਰਕੇ ਗੁਰੂ ਨਾਨਕ ਸਾਹਿਬ ਪਿਤਾ ਜੀ ਨੂੰ ਐਸੇ ਬੋਲ ਬੋਲੇ, ਕਹਿੰਦੇ ਮੇਰੇ ਨਾਨਕ ਪਾਤਸ਼ਾਹ ਜੀ ਆਪਣੇ ਪਿਤਾ ਦੇ ਬੋਲ ਸੁਣੀ ਗਏ, ਕਿਉਂਕਿ ਬਾਪੂ ਕਹਿੰਦਾ ਵੀ ਤੇਰੇ ਕੋਲ ਪੰਜੀ ਨਹੀਂ ਹੋਈ,
मैं कहना इदां हिरदा अपने तुहाडे बच्चे बाहर गए ना, मेरे हत्थां 'च गए आ, तो उन्हें आके रो पैना, कहना वीर जी कोई बन्ना नहीं दीदा, की करिए जवानी हुण वेले भी रिहा नहीं जाता, अजे भी आपां अरदा। तो मैं क्या कोई नहीं हो जानी मेरे, कहना भी हुण जवान आ तो शर्म आउंदी है जदों बेबे तो मंगी दे बापू तो, हर किसी की फीलिंग हुंदी है, महाराज सब नूं रोटी ते लावे। ते सच्चे पातशाह महाराज कृपा करन, तो गुरु नानक साहब नूं तिखे बोल मारे, कहंदे तेरी जेब च पंजी नहीं, घर वाली तेरी चलेगी। हुण तुहानूं कोई इदां कह दे तुसीं ते छड्ड जाना गुरद्वारा, आपां किसे नूं कह दईए अगला कहंदा मैं क्यों तेरी सुणावी, हर कोई जहर ना भरिया पर धानी मेरा नानक आ। कहंदे बच्चे तेरे खोलनी, घर वाली तेरी चलेगी, शरीक हस्सण दिया क्यों मेरा तमाशा बनाया। इन्नियां गल्लां सुन के भी जे कोई चुप सी ते धन श्री, सारे आखो धन। ये चो की सिक्ख्या तुसीं अज दी कथा जो ये सिक्ख्या भी मान लो समा माड़ा चलदा होवे ना, जर लो, और बड़ा ही बेअंत है। इत्थे वो रूहां बैठियां, मैं भी विच ही हाँ, जिन्हां ने कहना भी 500 रुपया धारा दे दो, सही गल, 1000 रुपया दे दो दवाई लैनी, वेख कित्थे पहुँच गया। अज उन्होंने लंगर लाए दवाइयां दे हैं, जिहड़े कहंदे सी कृपा करियो बच्ची दा विआह साथ दिओ, अज वो लोग पता नहीं किन्नियां बच्चियां विआहुंदा। इहदे घर देर हो सकदी पर लिख लो, इत्थे लिख लो, ये कथा लभनी नहीं महाराज दी। इनू प्रैक्टिकल जीवन च वेख्या जाए ना, असीं खुद समय वेखे, किसी नूं कहना सैकल सोहना लगना ना, कहना 2 मिनट दई, उन्हें कहना परे हो जा चपेड़ मारू दई सैकल तड़ाउणा ते तो। जे किसी नूं कहना मोटरसाइकिल दिओ बड़ा जी करदा, उन्हें कहना जा काम कर, मोटरसाइकिल लैना तो आपदे घरों लो। तो महाराज साहब सच्चे पातशाह जो मंगे ठाकुर अपना, बड़ा ही डाढ़ा है वो, अंदरों प्यार करियो फिर वेखियो ये पंक्तियां सच हुंदियां भी जो मंगे ठाकुर अपना सोई सी नानक दास। ते महाराज साहब जी नूं इन्ने बोल तिखे कहे, अज दी कथा चो मैं भी सिखना तुसीं भी किते तुहाडा वक्त माड़ा चलदा होवे ना, कोई तुहानूं गल्लां बातां करे मुड़ के जवाब ना दिओ, जवाब नहीं देना। सबर दे विच सतनाम श्री महाराज सच्चे पातशाह जी पिता जी दे बचन सुन के कहंदे, महाराज जी बचन मुख तो नहीं बोले, कमल बदन ते निकासी न अलिन गिरा, तात की जुटाई निस सामई प्रमानिया। कहंदे महाराज कमल दे मुखड़े वाले सतगुरां दा चेहरा बड़ा सुनखा सी। भाई संदीप सिंह कई वारी कहंदे हुंदे भी आपां कथा करदे कीर्तन ते किन्ना आनंद आउंदा, कहंदे जो गुरु साहब जी बोलते होणगे तो उन्हां दी जुबान च किन्ना क रस होएगा। आप रब जो कीर्तन करता होऊ ना, अज चंगा रागी चंगा कथावाचक चंगा गुरबाणी पढ़न वाला जी करदा सुनाई जाओ। ते तुसीं ये फील करिया करो जिद्दन मेरा नानक मरदाना रबाब वजाउंदा, वो इतिहास कहंदा है भी इन्नी मिठी जीव सी ना मेरे नानक दी, दरख्तां दे विचों रस चो पैंदा। पंछी भी तुरे जाते कहते सी आ जा बाबे नूं सुन के चलीए, दरिया भी रुक जाते सन, दरिया इन्ना रस है बाणी च। एक बारी महाराज ने परताया भी सी, मरदाने ने आख्या बाबा तेरे शब्द ने वाहिगुरु नाम जहाज, भावें दोहरा 10वें पातशाह दा पर जोत ओहो ही चलन दी। मरदाने ने आख्या बाबा की पानी दे उत्ते तेरा शब्द लै जू। मारे कहने मरदानिया जे भरोसा ते आ जा, साखी आउंदी है जन्म साखी भी समुंदर के उत्ते मारे कहते अखां बंद कर ला तो मूल मंत्र पढ़ी जाए। आ जिहड़ा आपां पूरे 15-10 मिनट पहला कथा तो जपदे, कहते महाराज ने नेत्र बंद किए, एक ओंकार सतनाम करता निरभउ अकाल मूरत अजूनी सैभ। सिमरन चल पिया तो महाराज कहते अखां खोल के नहीं वेखना तो एक शब्द नहीं छड्डना। ये साखी सिखाउंदी है कुछ, असीं छड्ड बैठे आ 2 दिन दुख आवे आपां कहना मैं महाराज तेरा पाठ ही नहीं करना, मैनूं दुख दिते आ। तो महाराज कृपा करदे मरदाने ने की कीता, साडे लई इतिहास है
ਜਦੋਂ ਅੱਧ ਜੇ 'ਚ ਚਲੇ ਗਏ ਤੇ ਮਰਦਾਨੇ ਨੇ ਹੌਲੀ ਜੀ ਅੱਖਾਂ ਖੋਲ੍ਹੀਆਂ। ਅੱਖਾਂ ਖੋਲ੍ਹ ਕੇ ਵੇਖਿਆ ਵੀ ਵਾਕਿਆ ਪਾਣੀ ਦੇ ਉੱਤੇ ਤੁਰਦਾ ਮਹਾਰਾਜ, ਪਾਣੀ ਬਹੁਤ ਡੂੰਘਾ। ਤੇ ਜਦੋਂ ਪਾਣੀ ਦੇ ਉੱਤੇ ਤੁਰਦੇ ਇੱਦਾਂ ਇੱਦਾਂ ਵੇਖਿਆ, ਜਦੋਂ ਵੇਖਿਆ ਤੇ ਉਹ ਧਿਆਨ ਉੱਧਰ ਪੈ ਗਿਆ ਤੇ ਜਿਹੜਾ ਸ਼ਬਦ ਚੱਲਦਾ ਸੀ ਉਹ ਛੁੱਟ ਗਿਆ। ਜਦੋਂ ਸ਼ਬਦ ਛੁੱਟ ਗਿਆ, ਮਰਦਾਨਾ ਤੇ ਵਾਹਿਗੁਰੂ ਗੁਰੂ ਸਾਹਿਬ ਤੇ ਬਾਲਾ ਬੋਲਦੇ ਗਏ। ਮਰਦਾਨੇ ਦਾ ਧਿਆਨ, ਹੁਣ ਅੱਜ ਵੀ ਕਥਾ ਸੁਣੋ, ਕੀਰਤਨ ਮਾੜਾ ਹੈ, ਧਿਆਨ ਪਾਸੇ ਹੋ ਜੇ, ਰਸ ਖਤਮ। ਜਦੋਂ ਮਰਦਾਨੇ ਨੇ ਸ਼ਬਦ ਛੱਡਿਆ ਤੇ ਦੜਮ ਕਰਕੇ ਥੱਲੇ, ਕਦੇ ਤਾਂ ਆਵੇ ਕਦੇ ਠਾਂ। ਤੇ ਭਾਈ ਬਾਲਾ ਕਹਿੰਦੇ ਨਾਨਕ ਜੀ ਡੁੱਬ ਚੱਲਿਆ। ਮਾਰੇ ਕਹਿੰਦੇ ਡੁੱਬਣ ਦੇ ਅੱਜ, ਇਹਨੂੰ ਵੇਖ ਲੈਂਦੇ, ਨਜ਼ਾਰਾ ਇਹ ਵੀ ਸਾਡਾ ਅੰਤ ਲੈਂਦਾ, ਸਾਡੀਆਂ ਪਰਖਾਂ ਲੈਂਦਾ ਵੀ ਸ਼ਬਦ 'ਚ ਕੁਝ ਹੈਗਾ ਕਿ ਨਹੀਂ। ਹੁਣ ਕਈ ਕਹਿਣਗੇ ਨਾ ਬਾਬਾ ਜੀ ਕਥਾ ਸੁਣਿਆ ਕੀ ਹੁੰਦਾ, ਇਹ ਸਵੇਰੇ ਉੱਠਿਆ ਕੀ ਹੁੰਦਾ, ਰੋਜ਼ ਗੁਰਦੁਆਰੇ ਆਇਆ ਕੀ ਹੁੰਦਾ, ਇਹ ਉਹਨਾਂ ਵਾਸਤੇ ਆ, ਲਾਈਵ ਚੱਲਦਾ। ਉਹ ਮਹਾਰਾਜ ਜੀ ਕਹਿੰਦੇ ਭਲਿਆ ਰਹਿਣ ਦੇ ਇਹਨੂੰ, ਡੁੱਬਣ ਦੇ ਅੱਜ। ਤੇ ਭਾਈ ਬਾਲਾ ਕਹਿੰਦੇ ਨਹੀਂ ਮਹਾਰਾਜ, ਬਾਂਹ ਫੜੀ ਦੀ ਲਾਜ ਕਿਹਨੇ ਰੱਖੀ। ਇਹਦੀ ਮਾਂ ਨਾਲ ਵਾਅਦਾ ਕੀਤਾ ਸੀ ਵੀ ਜੇ ਬਾਂਹ ਫੜੀ ਤੇ ਨਿਭਾ ਦੀ, ਇਹ ਮੇਰਾ ਕੱਲਾ ਕੱਲਾ ਹੀ ਹੈ। ਤੇ ਮਹਾਰਾਜ ਸਾਹਿਬ ਨੇ ਫਿਰ ਮਰਦਾਨੇ ਦੀ ਬਾਂਹ ਪਕੜੀ ਤੇ ਮਰਦਾਨਾ ਬੌਂਦ ਲਿਆ। ਗੋਤੇ ਆਏ ਚੰਗੇ, ਮਹਾਰਾਜ ਨੂੰ ਚਿੰਬੜ ਗਿਆ, ਪਾਤਸ਼ਾਹ ਬਖਸ਼ ਲੋ। ਮਹਾਰਾਜ ਕਹਿੰਦੇ ਬਖਸ਼ਿਆ ਹੈਗਾ, ਜਾਣ ਜਾਣ ਕੇ ਭਜਦਾ ਕੁਸਾ। ਇਸ ਕਰਕੇ ਮਹਾਰਾਜ ਨੇ ਨਿਤਨੇਮ ਦਿੱਤਾ ਰੋਜ਼ ਵੀ ਬਿਨਾਂ ਨਾਗੇ ਤੋਂ ਬਾਣੀ ਦਾ ਪੱਲਾ ਨਾ ਛੱਡੋ, ਡੁੱਬ ਜਾਓਗੇ ਆਖਾਂ ਜੀਵਾਂ। ਇਹਨੂੰ ਕੋਈ ਫਰਕ ਨਹੀਂ ਪੈਣਾ ਤੇ ਸਾਡਾ ਕੱਖ ਨਹੀਂ ਰਹਿਣਾ। ਇਹ ਗੱਲ ਮੈਂ ਲਿਖੀ ਆਪਣੇ ਤਜਰਬੇ 'ਚ ਵੀ, ਰਹਿ ਰਸ ਨਾ ਕਰੋ, ਇਹਨੂੰ ਕੋਈ ਫਰਕ ਨਹੀਂ। ਮਹਾਰਾਜ ਦੀ ਬਾਣੀ ਕਹਿੰਦੀ ਨਾ, ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਈਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ। ਉਹਨੂੰ ਨਹੀਂ ਕੋਈ ਫਰਕ, ਤੁਸੀਂ ਆਓ ਨਾ ਆਓ, ਤੁਸੀਂ ਸਵੇਰੇ ਉੱਠੋ ਨਾ ਉੱਠੋ, ਉਹਨੂੰ ਨਹੀਂ ਫਰਕ ਪੈਣਾ, ਕਿਉਂਕਿ ਉਹ ਵੱਡਾ ਹੈ। ਫਰਕ ਆਪਾਂ ਨੂੰ ਪੈਣਾ, ਕਿਉਂਕਿ ਉਹਦਾ ਸਾਜਣਾ ਆਪਣਾ ਨਹੀਂ ਸਰਨਾ। ਤੁਹਾਰੇ ਸੱਚੇ ਪਾਤਸ਼ਾਹ ਜੀ ਸੋਹਣੇ ਜੇ ਮੁਖੜੇ ਵਾਲੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ, ਆਪਣੇ ਗਲੇ 'ਚੋਂ ਆਪਣੇ ਪਿਤਾ ਨੂੰ ਵਡਿਆਈ ਦਿੱਤੀ। ਕੀ ਵਡਿਆਈ ਦਿੱਤੀ? ਕਹਿੰਦੇ ਪਿਤਾ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਤੁਸੀਂ ਧੰਨ ਹੋ। ਮਾਨਸ ਮੈਂ ਹਸਨੀ ਸਿਤਾਹਾਂ ਹੀ ਬਿਰਾਜ ਰਹੀ, ਉਤੇ ਜੋ ਵਿਗਿਆਨ ਕੇ ਆਨੰਦ ਮੈਂ ਸਮਾਨੀਆਂ। ਕਹਿੰਦੇ ਮਹਾਰਾਜ ਤੇ ਜਿੱਦਾਂ ਇੱਕ ਮਾਨ ਸਰੋਵਰ ਤੇ ਹੰਸ ਆਨੰਦ ਲੈ ਰਿਹਾ, ਤਾਰੀਆਂ ਲਾ ਰਿਹਾ, ਮੋਤੀ ਚੁਗ ਰਿਹਾ। ਕਹਿੰਦੇ ਗੁਰੂ ਸਾਹਿਬ ਜੀ ਤੇ ਇੱਦਾਂ ਮਹਾਰਾਜ ਸਮਾਧੀ ਲਾ ਕੇ ਬੈਠੇ ਆ ਵੀ ਜਿੱਦਾਂ ਹਨੇਰੀ ਚੱਲੀ ਜਾਵੇ, ਗੜੇ ਪਈ ਜਾਣ, ਹਵਾ ਵਗੀ ਜਾਵੇ, ਪਰ ਹੰਸ ਮਾਨ ਸਰੋਵਰ ਦੇ ਵਿੱਚ ਮਸਤ ਹੈ। ਇਹ ਮਹਾਰਾਜ ਸਾਹਿਬ ਦੀ ਇੱਦਾਂ ਦੀ ਅਵਸਥਾ ਵਾ ਵੀ ਭਾਵੇਂ ਗਾਲਾਂ ਮਿਲਦੀਆਂ ਤੇ ਭਾਵੇਂ ਉਸਤਤ ਹੁੰਦੇ ਹੀ ਆ। ਤੇ ਬਾਣੀ ਵੀ ਕਹਿੰਦੀ ਹੈ ਕਿ ਉਹਨੂੰ ਕੋਈ ਫਰਕ ਨਹੀਂ ਪੈਂਦਾ, ਭਾਵੇਂ ਕੋਈ ਉਹਦੇ ਮਾੜਾ ਕੀ ਜਾਵੇ, ਭਾਵੇਂ ਕੋਈ ਉਸਤਤ ਕਰੀ ਜਾਵੇ। ਤੇ ਮਹਾਰਾਜ ਸਾਹਿਬ ਜੀ ਨੂੰ ਪਿਆਰ ਕਰਨ ਵਾਲੇ ਸੀਸਾਂ ਦੇਈ ਜਾਂਦੇ ਆ, ਤੇ ਜਿਹਦੀ ਲੱਗਦੀ ਉਹ ਗਾਲਾਂ ਕੱਢੀ ਜਾਂਦੇ ਆ। ਤੇ ਮਹਾਰਾਜ ਕਹਿੰਦੇ ਉਸ ਹੰਸ ਵਾਂਗੂ ਜਿਹੜਾ ਮਾਨ ਸਰੋਵਰ 'ਚ ਝੂਟੇ ਲੈ ਰਿਹਾ, ਤੁਸੀਂ ਆਪਾਂ ਵੀ ਅਰਦਾਸ ਕਰੋ ਕਿ ਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਿਤਾ ਜੀ, ਸਾਡੀ ਵੀ ਅਵਸਥਾ ਇੱਦਾਂ ਦੀ ਬਣਾ ਦਿਓ ਵੀ ਅਸੀਂ ਇਸ ਦੁਨੀਆਦਾਰੀ ਤੋਂ ਨਿਰਲੇਪ ਹੋ ਜਾਈਏ। ਆਪਣੀ ਫਿਤਰਤ ਕੀ ਹੈ ਕਿ ਜੇ ਆਪਾਂ ਨੂੰ ਕੋਈ ਚਾਰ ਸ਼ਬਦ ਸੋਹਣੇ ਕਹਿ ਦਿੰਦਾ ਤੇ ਆਪਾਂ ਖੁਸ਼ ਹੋ ਜਾਈਦਾ, ਜਦੋਂ ਕੋਈ ਆਪਣੀ ਬਖਤੋਈ ਕਰਦਾ ਤੇ ਆਪਾਂ ਸੜ ਬਲ ਜਾਈਦਾ। ਇਹ ਅਵਸਥਾ ਨਹੀਂ ਚਾਹੀਦੀ। ਮਾਰੇ ਕਹਿੰਦੇ ਜੇ ਗੁਰ ਝਿੜਕੇ ਤਾਂ ਮੀਠਾ, ਬਖਸ਼ੇ ਤਾਂ ਗੁਰ ਵਡਿਆਈ। ਹਾਂ, ਜੇ ਉਹ ਝਿੜਕ ਵੀ ਦਵੇ ਨਾ, ਗੁੱਸਾ ਨਾ ਕਰੀ, ਤੇ ਜਦੋਂ ਵਡਿਆਈਆਂ ਦਵੇ ਉਦੋਂ। ਮਹਾਂਪੁਰਖ ਵਚਨ ਕਰਦੇ ਸੀ, ਕਹਿੰਦੇ ਹੁਣ ਰੱਬ ਨੇ ਆਪਾਂ ਨੂੰ ਅੱਖਾਂ ਦਿੱਤੀਆਂ, ਮੰਗੀਆਂ ਸੀ, ਜੀਭ ਦਿੱਤੀ ਕਿੱਡੀ ਸੋਹਣੀ, ਹੱਥ ਪੈਰ ਦਿੱਤੇ ਆ। ਕਹਿੰਦੇ ਜੇ ਇੰਨੀਆਂ ਚੀਜ਼ਾਂ ਦਿੱਤੀਆਂ ਤੇ ਇੱਕ ਨਹੀਂ ਦਿੱਤੀ ਤੇ ਦੂਜੀਆਂ ਵੀ ਭੁਲਾ ਜਾਂਦਾ। ਜਿੱਦਾਂ ਮਾਰੇ ਸੱਚੇ ਪਾਤਸ਼ਾਹ ਕਹਿੰਦੇ ਆ ਨਾ, ਏਕ ਭੀ ਦੇ ਤੋ ਮੂੜਾ। ਕਹਿੰਦੇ ਜੇ 10 ਗੁਰੂ ਨੇ ਦਿੱਤੀਆਂ ਤੇ ਇੱਕ ਨਹੀਂ ਦਿੱਤੀ, ਤੇ ਇੱਕ ਦੀ ਬਜਾਏ ਜਿਹੜੀਆਂ 10 ਦਿੱਤੀਆਂ ਉਹ ਵੀ ਰੱਬ ਨੂੰ ਲਾਮਾ ਦੇ ਕੇ ਬੰਦਾ ਛੱਡ ਦਿੰਦਾ। ਜੇ ਹੁਣ ਆਪਾਂ ਨੂੰ ਮੰਨ ਲਾ ਮਹਾਰਾਜ ਨੇ ਖੁੱਲ੍ਹਾ ਗੱਫਾ ਦਿੱਤਾ, ਫਿਰ ਤਾਂ ਨਹੀਂ ਕਦੇ ਆਖਿਆ ਵੀ ਮਹਾਰਾਜ ਤੇਰਾ ਸ਼ੁਕਰ। ਜਦੋਂ ਉਹਨੇ ਦੁੱਖ ਦੇਤਾ ਤੇ ਫਿਰ ਉਹਦਾ ਨਾਂ ਲਾ ਦਿੰਦੇ ਆਪਾਂ, ਆਖੋ ਸਤਿਨਾਮ ਸ੍ਰੀ। ਤੋ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ, ਦਇਆ ਦੇ ਦਾਤੇ,
ਜਿੱਦਾਂ ਹੰਸ ਸਰੋਵਰ ਦੇ ਵਿੱਚ ਮਾਨ ਸਰੋਵਰ 'ਚ ਮਸਤ ਹੈ, ਜਿੱਦਾਂ ਤੁਸੀਂ ਰੋਜ਼ ਆ ਕੇ ਟਾਈਮ ਦੇ ਨਾਲ ਮਸਤ ਹੋ ਜਾਂਦੇ ਘਰ ਬਾਰ ਛੱਡ ਕੇ, ਇਹ ਵੀ ਮਸਤੀ ਕਿਰਪਾ ਨਾਲ ਮਿਲਦੀ ਹੈ। ਹਿਤ ਸੁ ਬੁਲਾਏ ਮਾਤਾ ਭੋਜਨ ਅਚਾਇਓ ਪੁਨ, ਪਾਨ ਪੈ ਕਰਾਇਓ ਪਰ ਜੰਤ ਕੋਡਿਆਨੀਆਂ। ਕਹਿੰਦੇ ਇਸ ਤਰ੍ਹਾਂ ਮਹਾਰਾਜ ਜੀ ਆਨੰਦ ਵਿੱਚ ਹੈ। ਕੋਈ ਜੋ ਕੋਈ ਬੁਰਾ ਕਹੇ ਭਾਵੇਂ ਭਲਾ, ਤੇ ਮਹਾਰਾਜ ਆਨੰਦ ਲੈ ਰਹੇ। ਤਿੰਨ ਚਿਰ ਨੂੰ ਸ਼ਾਮਾਂ ਪੈ ਗਈਆਂ। ਮਾਂ ਤ੍ਰਿਵਤਾ ਜੀ ਕਹਿੰਦੇ ਪੁੱਤਰ ਨਾਨਕ ਜੀ ਗਰਮ ਗਰਮ ਪ੍ਰਸ਼ਾਦਾ ਤਿਆਰ ਹੈ। ਸਤਿਨਾਮ ਸ੍ਰੀ ਸੰਗਤਾਂ ਪਿਆਰ ਵਾਲੀਆਂ, ਮਾਫੀ ਚਾਹੁੰਦੇ ਕੋਈ ਪ੍ਰੇਮ ਕਰਦਾ, ਪਰ ਕਾਰਜ ਕਈ ਵਾਰੀ ਇੱਦਾਂ ਦੀ ਹੋ ਜਾਂਦੀ, ਬੰਦਾ ਬੀਜੀ ਹੋ ਜਾਂਦਾ ਤੇ ਫਿਰ ਮਾਫੀ ਮੰਗਣੀ ਪੈਂਦੀ ਹੈ ਵੀ ਸੰਗਤ ਉਡੀਕਦੀ ਹੋਵੇ ਤੇ ਜਾਇਆ ਨਹੀਂ ਜਾਂਦਾ, ਮਜਬੂਰੀਆਂ ਜੀ ਸਰੋ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਦੀ ਭੁੱਖ ਹੈ। ਮਾਂ ਤ੍ਰਿਵਤਾ ਜੀ ਕਹਿੰਦੇ ਨਾਨਕ ਜੀ ਪ੍ਰਸ਼ਾਦਾ ਤਿਆਰ। ਗਰਮ ਗਰਮ ਪ੍ਰਸ਼ਾਦਾ ਮਹਾਰਾਜ ਜੀ ਨੇ ਛਕਿਆ ਤੇ ਫਿਰ ਸਾਹਿਬ ਜੀ ਨੂੰ ਲਾਚੀਆਂ ਵਾਲਾ ਸੌਂਫ ਜਵੈਣ ਮਿਸ਼ਰੀ ਪਾ ਕੇ ਦੁੱਧ ਦਾ ਗਲਾਸ, ਕਿਉਂਕਿ ਪੁਰਾਣੀਆਂ ਮਾਵਾਂ ਨੂੰ ਚਾਹ ਹੁੰਦਾ ਸੀ, ਉਦੋਂ ਦੁੱਧ ਵੀ ਅੰਮ੍ਰਿਤ ਸੀ। ਪੁੱਛੋ ਕਿਉਂ? ਕਿਉਂਕਿ ਬਜ਼ੁਰਗਾਂ ਨੇ ਉਹ ਦੁੱਧ ਪੀਤੇ ਆ। ਇੱਧਰ ਮਾਈਆਂ ਬੈਠੀਆਂ, ਉਦੋਂ ਖੁੱਲੀ ਜਗ੍ਹਾ ਸੀ, ਉਜਾੜ ਜੰਗਲ ਹੁੰਦਾ ਸੀ, ਪਸ਼ੂ ਬਾਹਰ ਚਾਰਨ ਜਾਂਦੇ ਸੀ ਸਾਡੇ ਬਾਬੇ। ਉਹ ਜਿਹੜਾ ਘਾਹ ਸੀ ਨਾ ਉਹ ਕੁਦਰਤੀ ਸੀ, ਉੱਤੇ ਕੋਈ ਸਪਰੇਅ ਨਹੀਂ ਸੀ, ਕੋਈ ਖਾਦ ਨਹੀਂ ਸੀ, ਕੁਛ ਨਹੀਂ ਸੀ ਨਾ। ਉਹ ਘਾਹ ਨਿਰਾ ਹੀ ਅੰਮ੍ਰਿਤ ਸੀ ਤੇ ਪਸ਼ੂ ਉਹ ਖਾਂਦੇ। ਬਾਬੇ ਨਾਨਕ ਨੇ ਵੀ ਮੱਝਾਂ ਚਾਰੀਆਂ, ਉਹ ਜਦੋਂ ਅੰਮ੍ਰਿਤ ਰੂਪੀ ਘਾਹ ਮੱਝਾਂ ਖਾਂਦੀਆਂ ਸੀ, ਉਹ ਦੁੱਧ ਦੀ ਬਾਲਟੀ ਵੀ ਨਿਰਾ ਰਸ ਸੀ। ਹੁਣ ਦੁੱਧ ਵੀ ਜ਼ਹਿਰ ਦੇ। ਰੋਗ ਕਿਉਂ ਪੈਦਾ ਹੁੰਦਾ ਆਪਾਂ ਨੂੰ? ਇਹਦਾ ਕਾਰਨ ਇਹੋ ਹੈ ਵੀ ਕਨਾਲ ਪੱਠਿਆਂ ਦੀ ਬੀਜੀ ਹੈ ਤੇ ਜਦੋਂ ਲੈਣ ਜਾਂਦਾ ਨਾਲ ਝੋਲੀ ਭਰ ਕੇ ਖਾਦ ਵੀ ਲੈ ਜਾਂਦਾ। ਇੱਦਾਂ ਪਾ ਆਉਂਦਾ, ਇੱਕ ਪੰਡ ਵੱਢ ਲਿਆਉਂਦਾ, ਫਿਰ ਪਾ ਆਉਂਦਾ, ਤੇ ਉਹ ਪਸ਼ੂਆਂ ਨੂੰ ਵੀ ਅਟੈਕ ਹੁੰਦਾ। ਗੁਸਤਾਖੀ ਭਾਵ ਆਪਣੀ ਜ਼ਿੰਦਗੀ ਥੋੜ੍ਹੀ ਰਹਿ ਗਈ, ਹੁਣ ਗੁੱਸਾ ਨਾ ਕਰਿਆ ਕਰੋ, ਕਿਉਂਕਿ ਆਪਾਂ ਦੇ ਫਿਰ ਵੀ ਆਪਣੇ ਪਿਓ 100 ਤੱਕ ਸੀ, ਆਪਣੀ ਲੀਟ ਹੈਗੀ ਆ 70 65 ਦੀ, ਤੇ ਜਿਹੜੇ ਆਪਣੇ ਗਾਂ ਜੰਮੇ ਆ ਇਹ 50 ਵਾਲੇ ਆ, 35 40। ਤੁਸੀਂ ਕਹੋਗੇ ਬਾਬਾ ਜੀ ਕੀ ਕਹੀ ਜਾਂਦੇ? ਇਹ ਰਿਜ਼ਲਟ ਨਿਕਲ ਚੁੱਕਾ। ਆਪਾਂ ਤੇ ਕਹਿੰਦੇ ਨਾ ਵੀ ਮਹਾਰਾਜ ਆਹ ਦੇ ਦੇ, ਆਹ ਦੇ ਦੇ, ਇੱਧਰ ਨੂੰ ਚੱਲ ਜੀਏ, ਪੱਕੇ ਹੋ ਜੀਏ। ਮਹਾਰਾਜ ਕਹਿੰਦੇ ਤੂੰ ਬਾਣੀ ਪੜ੍ਹਿਆ ਕਰ, ਤੇਰਾ ਟਾਈਮ ਥੋੜ੍ਹਾ ਰਹਿ ਗਿਆ। ਹੁਣ ਅਗਲਾ ਪ੍ਰਸੰਗ ਇਹੋ ਹੀ ਚੱਲਣਾ। ਰਾਏ ਬਲਾਰ ਨੇ ਕਹਿਣਾ ਬਾਬਾ ਟਾਈਮ ਥੋੜ੍ਹਾ ਮੇਰਾ। ਤੋ ਇਸ ਕਰਕੇ ਸਾਧ ਸੰਗਤ ਜੀ ਗੁਰੂ ਕਹਿੰਦਾ, ਕਿਸੇ ਨੇ ਬੜਾ ਸੋਹਣਾ ਕਿਹਾ, ਕਹਿੰਦੇ ਬੰਦਾ ਥੱਲੇ ਬੈਠਾ ਮਾਇਆ ਗਿਣੀ ਜਾਂਦਾ, ਪਿਛਲੇ ਸਾਲ ਇੰਨੇ ਬਚੇ ਆ, ਐਤਕੀ ਇੰਨੇ ਬਚ ਗਏ। ਰੱਬ ਉੱਤੇ ਬੈਠਾ ਸਵਾਸ ਗਿਣਦਿਆ ਵੀ ਹੁਣ ਇੰਨੇ ਰਹਿ ਗਏ ਇਹਦੇ। ਆਪਾਂ ਸਾਰੇ ਬਿਜ਼ਨਸ ਗਿਣਦੇ ਆ ਵੀ ਮੇਰੀ ਪਿਛਲੇ ਸਾਲ ਕਿੱਲਾ ਸੀ, ਐਤਕੀ 1 ਕਨਾਲ ਹੋਰ ਰਲ ਗਈ ਆ। ਪਿਛਲੀ ਵਾਰ ਮੇਰੀ ਤਨਖਾਹ 8000 ਸੀ, ਐਤਕੀ 10 ਹੋ ਗਈ ਆ, ਹੈ ਨਾ। ਆਪਾਂ ਇਸ ਪ੍ਰੋਗਰਾਮ 'ਚ ਲੱਗੇ ਆ ਵੀ ਪਿਛਲੀ ਵਾਰੀ ਬਾਲਿਆਂ ਵਾਲੀ ਛੱਤ ਸੀ, ਐਤਕੀ ਲੈਂਟਰ ਪੈ ਗਿਆ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਆ ਵੀ ਤੇਰੇ ਦਿਨ ਥੋੜ੍ਹੇ ਰਹਿ ਗਏ ਆ। ਇਹ ਸੱਚਾਈ ਕੌੜੀ ਆ, ਕਿਸੇ ਨੂੰ ਨਹੀਂ ਵੀ ਚੰਗੀ ਲੱਗੂਗੀ। ਸਭਨਾ ਮਰਨਾ ਆਇਆ ਵੀ ਛੋੜਾ, ਪੁੱਛੋ ਜਾਏ ਸਿਆਣਿਆ। ਚਲੋ ਆਓ ਦੁੱਧ ਛਕੀ ਆਪਾਂ। ਕਹਿੰਦੇ ਮਹਾਰਾਜ ਨੇ ਗਰਮ ਗਰਮ ਪ੍ਰਸ਼ਾਦਾ ਛਕਿਆ ਤੇ ਬਾਅਦ ਵਿੱਚ ਫਿਰ ਮਾਂ ਨੇ ਉਹ ਮੇਰੇ ਕੋਲ ਗਲਾਸ ਵੀ ਬੜੇ ਪਿਆਰੇ ਸੀ, ਵੱਡੇ ਵੱਡੇ ਕਹਿੰਦੇ ਹੁੰਦੇ ਸੀ ਗਲਾਸ, ਅਰਕ ਜਿੱਡਾ, ਤੇ ਉਹਦੇ ਵਿੱਚ ਲਾਚੀਆਂ, ਬਦਾਮ, ਛੁਹਾਰੇ, ਪਿਆਰ ਜਾਣੀ ਕਹਿ ਲਓ। ਚੀਜ਼ ਦੇ ਵਿੱਚ ਰਸ ਨਹੀਂ ਹੁੰਦਾ, ਰਸ ਹੁੰਦਾ ਬਣਾਉਣ ਵਿੱਚ। ਚੀਜ਼ਾਂ ਦੇ ਅੱਜ ਵੀ ਬਹੁਤ ਆ, ਬਣਾਉਣ ਵਾਲਾ ਦੁਖੀ। ਉਹਦਾ ਅੰਦਰ ਨਹੀਂ ਬੰਦ ਰਿਹਾ, ਉਹਨੇ ਫਿਲਮ ਵੇਖਣੀ, ਮੋਬਾਈਲ ਵੇਖਣਾ, ਤੇ ਜਿਹੜਾ ਪ੍ਰਾਹੁਣਾ ਉਹ ਕਹਿੰਦਾ ਚਾਹ ਲਿਆਓ, ਫਿਰ ਦੁਖੀ ਹੋਇਆ ਬਣਾਉਂਦਾ। ਇੱਧਰ ਪਿਆਰ ਸੀ ਮਾਂ ਤ੍ਰਿਵਤਾ ਦਾ, ਫਿਰ ਦੁੱਧ ਲਿਆਂਦਾ ਤੇ ਗੁਰੂ ਨਾਨਕ ਸਾਹਿਬ ਦੁੱਧ ਛਕ ਕੇ, ਹੁਣ ਤੇ ਦੁੱਧ ਪੀਣ ਨੂੰ ਕੀ ਚਾਹ ਬਣਾਉਣ ਨੂੰ ਨਹੀਂ ਮਿਲਦਾ, ਕਿਉਂਕਿ ਤੁਸੀਂ ਆਪਾਂ ਸਾਰਾ ਪਰਿਵਾਰ ਹੀ ਆ, ਪਸ਼ੂ ਸਾਰੇ ਵੇਚਤੇ ਹੈ, ਤੇ ਸਾਰੇ ਕਹਿੰਦੇ ਦੁੱਧ ਕਿਉਂ ਆਵੇ। ਫਿਰ ਉਹ ਜਿਹੜੇ ਦੁੱਧੀ ਉਹ ਵੀ ਹੁਣ ਕਿੱਥੋਂ ਲੈ ਆਉਣ? ਉਹਨੂੰ ਲੱਕੜ ਦੀ ਮੱਝ ਤੇ ਬਣਾਈ ਉਹ ਨਹੀਂ, ਉਹ ਵੀ ਫਿਰ ਕੀ ਕਰਦੇ, ਡਰਮ ਦੇ ਵਿੱਚ ਪਾਊਡਰ ਪਾ ਕੇ ਤੇ 2 ਮਿੰਟ ਮਸ਼ੀਨ ਚਲਾਉਂਦੇ ਤੇ ਦੁੱਧ ਤਿਆਰ। ਹਾਂ, ਤੇ ਆਪਾਂ ਫਿਰ ਉਹਨੂੰ ਛਕੀਦਾ, ਦਹੀਂ ਬਣਾ ਕੇ ਕਹੋ, ਤੇ ਚੌਥੇ ਦਿਨ ਪੀੜ ਹੋਣ ਲੱਗ ਪਈ। ਮੇਰੇ ਚੈੱਕ ਕਰਾਇਆ ਕੀ ਆਇਆ, ਕਹਿੰਦੇ ਤਾਂ ਨਾੜਾਂ 'ਚ ਪੱਥਰ ਪੈ ਗਿਆ। ਤੇ ਗੁਸਤਾਖੀ ਮਾਫ ਕਰਿਓ, ਹੁਣ ਆਪਾਂ ਕੰਮ ਛੱਡਤੇ ਤੇ ਸਾਰਾ ਜ਼ਹਿਰ ਖਾਂਦੇ ਆ, ਕਿਉਂਕਿ ਪ੍ਰੋਪਰ ਜ਼ਹਿਰ ਹੋ ਗਿਆ 70%। ਹੁਣ ਬਾਹਰਲੇ ਲੋਕ ਥੋੜ੍ਹਾ ਜਿਹਾ ਕਿਉਂ ਫਰਕ ਉਹਨਾਂ ਦਾ,
ਕਿਉਂਕਿ ਉੱਥੇ ਥੋੜ੍ਹੀ ਜਿਹੀ ਰਿਐਲਿਟੀ ਹੈਗੀ ਹੈ ਜੀ। ਗੋਰਿਆਂ ਦਾ ਸਿਸਟਮ ਬੜਾ ਤੇਜ਼ ਆ, ਬਹੁਤ ਛੇਤੀ ਕੀਤਿਆਂ ਦਵਾਈ ਨਹੀਂ ਖਾਣ ਦਿੰਦੇ। ਤੇ ਆਪਣੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਮਾਤਾ ਤ੍ਰਿਪਤਾ ਜੀ, ਮਾਤਾ ਨੇ ਸਮੁੰਦਰ ਛਕਾਇਆ ਮੇਰੇ ਨਾਨਕ ਨੂੰ, ਤੇ ਮਹਾਰਾਜ ਛਕਦਿਆਂ ਸਾਰ ਪਲੰਗ ਤੇ ਲੇਟ ਗਏ। ਇੱਕ ਚੀਜ਼ ਹੋਰ ਨੋਟ ਕਰੋ ਇਸ ਕਥਾ 'ਚੋਂ, ਜਿੰਨਾ ਛੇਤੀ ਸੌਂਗੇ ਓਨਾ ਛੇਤੀ ਉੱਠੋਗੇ। ਅੱਜ ਸਾਰਿਆਂ ਕੋਲ ਮੋਬਾਈਲ TV, ਮੈਂ ਵੀ ਵਿੱਚ ਹੀ ਮੇਰੇ ਜੇ ਚੇਲਾ ਬੈਠਾ ਉਹ ਕਹਿੰਦਾ ਸੌਂ ਜਾ। ਜਦੋਂ ਸੌਣਾ ਹੀ 1 ਵਜੇ 12 ਵਜੇ, ਤੇ ਕਿਹੜਾ ਮਾਈ ਦਾ ਲਾਲ 3 ਵਜੇ ਉੱਠੂਗਾ। ਇਹ ਸੱਚਾਈ ਜੇ। ਆਪਣਾ ਸੌਣਾ ਸੈੱਟ ਕਰ ਲਓ, ਉੱਠਣਾ ਆਪੇ ਹੀ ਹੋ ਜਾਣਾ। ਤਕਰੀਬਨ 9:30 10 ਵਜੇ ਸੌਂ ਜਾਇਆ ਕਰੋ, ਤੇ 12 ਵਜੇ ਤੋਂ ਬਾਅਦ ਛੇਤੀ ਛੇਤੀ ਉੱਠ ਪਿਆ ਕਰੋ। ਸਵਈਆ ਭੌਰ ਪਈ ਅਰਬੰਦ ਕਿਰੇ ਅਰਨੌਦੇ ਤੇ ਚਕਵੇ ਹਰਿ ਖਾਏ। ਕਹਿੰਦੇ ਫਿਰ ਸਵੇਰ ਹੋਈ, ਕਮਲ ਖਿੜ ਗਏ, ਸੂਰਜ ਚੜ ਗਿਆ, ਤੇ ਜਿਹੜੇ ਚਕਵੇ ਸੀ ਬਹੁਤ ਖੁਸ਼ ਹੋਏ। ਚਕਵੀ ਤੇ ਚਕਵਾ ਦੋ ਐਸੇ ਜੀਵ ਆ ਜਿਹੜੇ ਰਾਤ ਨੂੰ ਵਿਛੜ ਜਾਂਦੇ ਤੇ ਦਿਨ ਚੜੇ, ਜਿਨ੍ਹਾਂ ਨੂੰ ਬਾਬੇ ਕਬੀਰ ਸਾਹਿਬ ਨੇ ਇੰਝ ਲਿਖਿਆ। ਕਬੀਰ ਸਾਹਿਬ ਕਹਿੰਦੇ ਮੈਂ ਰਾਤ ਟਿਕੀ ਸੀ, 12 ਵਜੇ ਦਾ ਟਾਈਮ ਸੀ ਤੇ ਸਮਾਧੀ ਲੱਗੀ ਸੀ। ਵਾਹਿਗੁਰੂ 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 ਵਾਹਿਗੁਰੂ। ਆਖੋ ਸਤਿਨਾਮ। ਕਹਿੰਦੇ ਭਗਤ ਕਬੀਰ ਸਾਹਿਬ ਕਹਿੰਦੇ ਕਿਸੇ ਦੇ ਰੋਣ ਦੀ ਆਵਾਜ਼ ਆਈ। ਕਹਿੰਦੇ ਸਾਡੀ ਸੁਰਤ ਟਿਕੀ, ਜਦੋਂ ਰੋਇਆ ਕੋਈ ਤੇ ਪੁੱਛਿਆ ਤੇ ਉਹ ਸੀ ਚਕਵਾ। ਕਹਿੰਦੇ ਓਏ ਤੂੰ ਕਾਹਤੋਂ ਰੋਂਦਾ, ਸਾਰੀ ਦੁਨੀਆ ਸੁੱਤੀ ਪਈ ਹੈ। ਕਹਿੰਦਾ ਮੈਂ ਦੁਖੀ ਹਾਂ। ਕਹਿੰਦੇ ਕਾਹਤੋਂ? ਕਹਿੰਦਾ ਮੇਰਾ ਪਿਆਰਾ ਵਿਛੜ ਗਿਆ। ਇੰਨੇ ਚਿਰ ਨੂੰ ਉਹ ਚਲੇ ਗਿਆ ਤੇ ਚਕਵੀ ਆ ਗਈ, ਉਹ ਵੀ ਰੋਈ। ਕਬੀਰ ਸਾਹਿਬ ਕਹਿੰਦਾ ਓਏ ਤੁਸੀਂ ਹਟਣਾ ਕਿ ਨਹੀਂ, ਮੈਨੂੰ ਰੱਬ ਰੱਬ ਕਰਨ ਦੇਣਾ ਕਿ ਨਹੀਂ, ਹੁਣ ਤੂੰ ਆ ਗਈ ਹੈ। ਕਹਿੰਦੀ ਮੇਰਾ ਪਿਆਰਾ ਵਿਛੜ ਗਿਆ। ਕਹਿੰਦੇ ਇੱਧਰ ਨੂੰ ਗਿਆ ਹੀ, ਤੇ ਕਬੀਰ ਸਾਹਿਬ ਨੂੰ ਇਸ ਅਵਸਥਾ 'ਚ ਦਿਨ ਚੜ ਗਿਆ। ਤੇ ਕਬੀਰ ਸਾਹਿਬ ਨੇ ਬਾਣੀ ਉਚਾਰਤੀ। ਕਹਿੰਦੇ ਕਬੀਰ ਚੱਕਈ ਜੋ ਨਿਸਬੀਸ਼ੁਰੈ ਆਏ ਮਿਲੈ ਪਰਬਾਤ। ਕਬੀਰ ਸਾਹਿਬ ਕਹਿੰਦੇ ਬਸ ਸਦਕੇ ਜਾਵਾਂ, ਇੱਕ ਰਾਤ ਵਿਛੜੇ ਰੋ ਰੋ ਕੇ ਬੁਰਾ ਹਾਲ, ਦਿਨ ਚੜ੍ਹਦਿਆਂ ਮਿਲ ਪਏ। ਓਏ ਮੈਂ ਇਹਨਾਂ ਦਾ ਕੀ ਕਰਾਂ। ਆਪਣੇ ਵੱਲ ਹੱਥ ਕਰਕੇ ਕਿਹਾ ਵੀ ਇਹਨਾਂ ਦਾ ਕੀ ਕਰਾਂ। ਕਹਿੰਦੇ ਕਬੀਰ ਕਿਉਂ? ਕਹਿੰਦਾ ਏਡੇ ਨਿਕੰਮੇ ਆ, ਜੋ ਨਰ ਵਿਸਰੇ RAM ਸਿਉ ਨਾ ਦਿਨ ਮਿਲੇ। ਕਹਿੰਦੇ ਮੈਂ ਇਹਨਾਂ ਦਾ ਕੀ ਕਰਾਂ। ਓਏ ਏਡੇ ਏਡੇ ਸੋਹਣੇ ਘਰਾਂ 'ਚ AC ਲਾ ਕੇ ਸੁੱਤੇ ਰਹਿੰਦੇ ਆ। ਇਹ ਚਕਵੀ ਰਾਤ ਨੂੰ ਵਿਛੜੀ ਤੇ ਰੋ ਰੋ ਕੇ ਸਵੇਰੇ ਮਿਲ ਪਏ। ਇਹਨਾਂ ਨੂੰ 70 ਸਾਲ ਹੋ ਗਏ ਘਰਾਂ 'ਚੋਂ ਨਿਕਲਦੇ ਨਹੀਂ, ਕਿਤੇ ਰੱਬ ਦਾ ਨਾਂ ਨਹੀਂ ਲੈਂਦੇ। ਬਾਬੇ ਨੂੰ ਕਹਿੰਦੇ ਬਾਬਾ ਆਵਾਜ਼ ਘਟਾ ਦੇ, ਥੋੜੀ ਜਿਹੀ ਨੀਂਦ ਬੜੀ ਆਈ। ਤੇ ਬਾਬਾ ਕਬੀਰ ਸਾਹਿਬ ਕਹਿੰਦੇ ਜੋ ਨਰ ਵਿਸਰੇ RAM ਸਿਉ ਨਾ ਦਿਨ ਮਿਲੇ ਨਾ। ਕਹਿੰਦੇ ਇਹਨਾਂ ਦਾ ਕੀ ਬਣੂਗਾ, ਇਹਨਾਂ ਨੂੰ ਚੇਤਾ ਹੀ ਨਹੀਂ ਰੱਬ ਦੇ ਘਰ। ਤੁਸੀਂ ਤੇ ਕਰਮਾਂ ਵਾਲੇ, ਤੁਹਾਨੂੰ ਚੇਤਾ ਆ ਗਿਆ, ਭਾਵੇਂ ਲੇਟ ਆਇਆ ਸਵੇਟ ਆਇਆ, ਆ ਤੇ ਗਿਆ। ਆ ਕੇ ਬਹਿ ਤੇ ਜਾਂਦੇ ਜੇ 4 ਵਜੇ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਦਾਂ ਚਕਵੀ ਤੇ ਚਕਵਾ ਸੂਰਜ ਚੜੇ ਤੋਂ ਖੁਸ਼ ਹੁੰਦੇ ਐ, ਕਮਲ ਖਿੜ ਜਾਂਦੇ ਹਨ। ਜੋ ਗੁਰੂ ਕੀ ਕਰਨਾ ਵਿਗਸੈ ਅਰ ਮੇਲ ਸੁਖੰ ਸੁਮਤੀ ਮਨ ਪਾਏ। ਇਸੇ ਤਰ੍ਹਾਂ ਕਹਿੰਦੇ ਜਦੋਂ ਦਿਨ ਚੜਿਆ ਤੇ ਗੁਰੂ ਨਾਨਕ ਸਾਹਿਬ ਘਰੋਂ ਬਾਹਰ ਆਏ, ਜਿਹੜੇ ਪਿਆਰ ਕਰਦੇ ਸੀ ਤੁਹਾਡੇ ਵਰਗੇ, ਉਹਨਾਂ ਨੂੰ ਖੁਸ਼ੀ ਹੋਈ। ਦਰਸ਼ਨ ਪਿਆਸੀ ਚਿੱਤ ਵਣ ਦਿਨ ਖੋਲ ਕਪਟ ਗੁਰ ਮਿਲਿਆ। ਮਹਾਰਾਜ ਦੇ ਦਰਸ਼ਨ ਹੋਏ ਹਨ। ਹਰੇ ਛਪੇ ਜਿਉ ਬੇਕਾਰ ਨਸੇ ਜਨ ਮੇਹ ਤਮੰਨੇ ਦੀਸਨ ਪਾਏ। ਕਹਿੰਦੇ ਜਿੱਦਾਂ ਰਾਤ ਨੂੰ ਕੋਈ ਵਸਤੂ ਨਜ਼ਰ ਨਹੀਂ ਆਉਂਦੀ, ਜਦੋਂ ਤਾਰੇ ਛਿਪ ਜਾਂਦੇ ਤੇ ਨਜ਼ਰ ਆਉਂਦੀ ਹੈ, ਇਸੇ ਤਰ੍ਹਾਂ ਵਿਕਾਰ ਜਿੰਨਾ ਚਿਰ ਹਨੇਰਾ ਪਾਈ ਰੱਖਦੇ ਬੰਦੇ ਨੂੰ ਗੁਰੂ ਨਹੀਂ ਦਿਸਦਾ।
ਜਦੋਂ ਮਾਰੇ ਗਿਆਨ ਦੇ ਰੂਪੀ ਚਾਨਣ ਦਿੰਦੇ, ਫਿਰ ਵਿਕਾਰ ਪਾਸੇ ਹੁੰਦੇ, ਫਿਰ ਗੁਰੂ ਨਜ਼ਰ ਆਉਂਦਾ ਹੈ। ਕੀਨ ਸਨਾਨ ਗਏ ਉਦਿਆਨ ਇਕੰਤ ਸਥਾਨ ਸਮੈ ਬੈਸ ਸੁਹਾਏ। ਕਹਿੰਦੇ ਜਦੋਂ ਲੋਹ ਲੱਗੀ ਹੈ, ਪਹਿਲਾ ਪੈਰ ਗੁਰੂ ਸਾਹਿਬ ਜੀ ਨੇ ਇਸ਼ਨਾਨ ਕੀਤਾ ਹੈ ਤੇ ਮਹਾਰਾਜ ਬਾਹਰ ਚਲੇ ਗਏ ਵਣਾਂ ਦੇ ਵਿੱਚ। ਦੋਰਾ ਰਜਨੀ ਰਹਿ ਨਿਕੇਤ ਮੈਂ ਬਾਸਰ ਮੈਂ ਉਦਿਆਨ। ਮਹਾਰਾਜ ਰਾਤ ਨੂੰ ਆ ਜਾਂਦੇ ਆ, ਮਾਂ ਦਾ ਪਿਆਰ ਬੰਨ ਕੇ ਬੈਠਾ ਕੇ। ਬਾਪੂ ਦੇ ਬਾਕੀ ਤੇ ਠੀਕ ਠਾਕ ਸੀ, ਮਾਂ ਦਾ ਪਿਆਰ ਬੰਨ ਗਿਆ ਬਾਬੇ ਨੂੰ। ਮਹਾਰਾਜ ਦਿਨੇ ਚੱਲ ਜਾਂਦੇ, ਨੂੰ ਪਤਾ ਬਾਪੂ ਨੇ ਹਟਣਾ ਨਹੀਂ, ਇਹਨਾਂ ਨੇ ਆਪ ਤੇ ਜਪਣਾ ਨਹੀਂ, ਸਾਨੂੰ ਜਪਣ ਦੇਣਾ। ਇਸ ਕਰਕੇ ਅੱਜ ਸਮਾਂ ਇੱਦਾਂ ਦਾ ਟਾਈਮ ਪਾਸ ਹੀ ਕਰਨ ਦਾ ਸਾਰੇ ਵਿਚਾਰੇ ਔਖੇ ਸੌਖੇ, ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚੇਤੇ ਉਦਾਸ, ਥੋੜੇ ਥੋੜੇ ਸਾਰੇ ਦੁਖੀ, ਇੱਕ ਸੁਖੀ ਰੱਬ ਦੇ। ਇਸ ਕਰਕੇ ਮਹਾਰਾਜ ਵੀ ਦਿਨੇ ਚੱਲ ਜਾਂਦੇ ਆ, ਪਾਸਾ ਵਟਣਾ ਚੰਗਾ ਹੀ ਆ। ਜੇ ਮੰਨ ਲਓ ਲੜਾਂਗੇ ਆਪਦਾ ਔਰਾ ਖਰਾਬ ਹੋਵੇ, ਇਹਦੇ ਨਾਲੋਂ ਚੰਗਾ ਵੀ ਪਾਸਾ ਕਰੋ। ਤੇ ਮਹਾਰਾਜ ਦਿਨੇ ਚੱਲ ਜਾਂਦੇ, ਰਾਤ ਨੂੰ ਆ ਜਾਂਦੇ ਤੇ ਮਾਤਾ ਦੁੱਧ ਛਕਾਉਂਦੀ ਮਿਸ਼ਰੀ ਵਾਲਾ, ਪ੍ਰਸ਼ਾਦੇ ਗਰਮ ਗਰਮ ਮਿਲ ਜਾਂਦੇ ਐ। ਮਾਂ ਮਰੇ ਤੇ ਪੇਕੇ ਮੁੱਕਦੇ ਹੋਏ, ਪਿਓ ਮਰ ਜੇ ਘਰ, ਓ ਰੱਬਾ ਮਰਨ ਨਾ ਕੀ ਵੀਰ, ਕਿਸੇ ਦੇ ਉੱਜੜ ਜਾਂਦਾ ਮੇਲਾ। ਦਿਵਸ ਬਤਾਏ ਤੈ ਕਸ਼ ਸ਼੍ਰੀ ਨਾਨਕ ਗੁਣ ਖਾਨ। ਕਹਿੰਦੇ ਇਸ ਤਰ੍ਹਾਂ ਮਹਾਰਾਜ ਜੀ ਦਿਨੇ ਜਾਂਦੇ ਆ। ਉਹੋ ਹੀ ਪ੍ਰਸੰਗ ਆ ਕਿ ਜਿੱਦਾਂ ਲਾਲੋ ਦੇ ਘਰ ਦਿਨੇ ਮਹਾਰਾਜ ਚਲ ਜਾਂਦੇ ਆ, ਰਾਤ ਨੂੰ ਆ ਜਾਂਦੇ ਆ। 30 ਦਿਨ ਇੱਥੇ ਬਤੀਤ ਹੋ ਗਏ ਹਜ਼ੂਰ ਮਹਾਰਾਜ ਜੀ ਨੂੰ। ਜੋ ਪਈ ਕਬੈ ਬੁਲਾਵੇ ਰਾਏ ਬੁਲਾਰੂ, ਦਰਸ਼ਨ ਬਦਨ ਬਿਲੋਕਤ ਚਾਰੂ। ਕਹਿੰਦੇ ਕਿਤੇ ਕਿਤੇ ਰਾਏ ਬੁਲਾਰ ਸੁਨੇਹਾ ਭੇਜ ਦਿੰਦਾ ਮਹਾਰਾਜ, ਮੇਰਾ ਵੀ ਜੀ ਨਹੀਂ ਲੱਗਦਾ, ਕਿਤੇ ਇੱਧਰ ਨੂੰ ਆ ਜਾਇਆ ਕਰੋ। ਜਿਹੜਾ ਪਿਆਰ ਕਰਦਾ ਫਿਰ ਮਹਾਰਾਜ ਉੱਧਰ ਚਲੇ ਜਾਂਦੇ। ਭੋਜਨ ਦਿਜ ਤੇ ਰੁਚਿਰ ਕਰਾਵੇ, ਪੁਨ ਪੁਨ ਬਿਨ ਭਨੈ ਅਚਵਾਵੇ। ਕਹਿੰਦੇ ਉਹ ਵੀ ਇੰਨਾ ਪਿਆਰ ਕਰਦਾ ਸੀ ਵੀ ਭੋਜਨ ਹੀ ਇੱਦਾਂ ਤਿਆਰ ਕਰ ਲੈਂਦਾ ਸੀ। ਤੇ ਮਹਾਰਾਜ ਨੂੰ ਜਦੋਂ ਸੱਦਣਾ, ਮਹਾਰਾਜ ਨੇ ਕਹਿਣਾ ਅਸੀਂ ਨਹੀਂ ਆਉਣਾ, ਤੂੰ ਇੰਨਾ ਛਕਾਉਣਾ। ਮਹਾਰਾਜ ਸਾਹਿਬ ਜੀ ਕਹਿੰਦੇ ਤੂੰ ਬਹੁਤ ਸੇਵਾ ਹੀ ਨਹੀਂ ਆਇਆ ਕਰਨਾ। ਤੇ ਮਹਾਰਾਜ ਨੂੰ ਕਹਿੰਦੇ ਪਾਤਸ਼ਾਹ ਜਿਹੜੇ 4 ਦਿਨ ਹੈਗੇ ਛਕ ਲਓ, ਫਿਰ ਕਿਸੇ ਨਹੀਂ ਛਕਾਉਣਾ, ਕਿਉਂਕਿ ਉਹ ਬਿਰਧ ਹੋ ਚੁੱਕਾ ਨਾ। ਤੇ ਉਹ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਿਤੇ ਕਿਤੇ ਕਹਿੰਦਾ ਮਹਾਰਾਜ ਇੱਧਰ ਨੂੰ ਆ ਜਾਇਆ ਕਰੋ। ਤੇ ਆ ਕੇ ਜਦੋਂ ਮਹਾਰਾਜ ਫਿਰ ਜਾਂਦੇ ਸੀ ਤੇ ਚਾਅ ਬੜਾ ਸੀ, ਪਿਆਰ। ਮੈਂ ਆਪ ਸੋਚਦਾ ਨਾ ਵੀ ਜਿੰਨਾ ਚਿਰ ਬਜ਼ੁਰਗ ਬੈਠੇ ਆ, ਤੁਸੀਂ ਕਥਾ ਸੁਣਦੇ ਆ, ਤੁਹਾਨੂੰ ਕਦਰ ਆ ਗੁਰੂ ਘਰ ਦੀ। ਆਉਣ ਵਾਲੀ ਪੀੜ੍ਹੀ ਨੇ ਮੱਥਾ ਟੇਕਣ ਨਹੀਂ ਆਉਣਾ, ਉਹਨਾਂ ਨੂੰ ਕੋਈ ਮਤਲਬ ਨਹੀਂ। ਉਹਦੇ ਪੱਬਾਂ ਕਲੱਬਾਂ ਜਿੱਤੇ ਟਚਨ ਪਚਨ ਹੋ ਕੇ ਜੇਬਾਂ 'ਚ ਪੈਸਾ ਆ ਗਿਆ ਵਾ, ਥੱਲੇ ਗੱਡੀਆਂ ਆ ਗਈਆਂ ਵਾ, ਨਾਲ ਪਰਿਵਾਰ ਆ, ਤੇ ਕਦੇ ਕਿਧਰੇ ਘੁੰਮਦੇ ਫਿਰਦੇ, ਰੱਬ ਭੁੱਲ ਗਿਆ ਦੁਨੀਆ। ਉਹਨਾਂ ਨੂੰ ਕੀ ਪਤਾ ਲੱਗਦਾ। ਅਜੇ ਵੀ ਕਈ ਆ ਬਾਹਰੋਂ ਆਉਣਗੇ ਤੇ ਘਰ ਦੇ ਕਹਿਣਗੇ ਪੁੱਤ ਰਹਿ ਰਾਸ ਹੁੰਦੀ। ਕਹਿੰਦੇ ਬੀਬੀ ਉਹ ਕੀ ਹੁੰਦੀ? ਉਹ ਕਹਿੰਦੇ ਅੰਮ੍ਰਿਤ ਵੇਲਾ। ਬੀਬੀ ਉਹ ਕੀ ਹੁੰਦਾ? ਕਿਉਂਕਿ ਬਾਹਰ ਕੋਈ ਪਤਾ ਨਹੀਂ ਅੰਮ੍ਰਿਤ ਵੇਲਾ ਕੀ ਤੇ ਰਾਤ ਕੀ। ਉਹ ਤਾਂ 24 ਘੰਟੇ ਕੰਮ ਤੋਂ ਆਏ ਤੇ ਚਲੇ ਗਏ। ਮਾਇਆ ਮਾਇਆ ਕਰਮੂਏ, ਮਾਇਆ ਕਿਸੇ ਨਾ ਸਾਥ, ਹੰਸ ਚੱਲੇ ਉੱਠ ਡੁੰਮਣੋ, ਮਾਇਆ ਭੁੱਲੀ ਆਜ। ਇਹ ਤਾਂ ਤੁਹਾਡੇ ਕਰਕੇ ਆ ਸਜਿਆ ਦਰਬਾਰ ਤੇ ਸੰਗਤਾਂ ਚਾਹੁੰਦੀਆਂ ਨੇ। ਇਸ ਕਰਕੇ ਰਾਏ ਬੁਲਾਰ ਨੇ ਲੰਮਾ ਹੋਕਾ ਲੈ ਕੇ ਆਖਿਆ, ਬਾਬਾ ਜਿੰਨਾ ਚਿਰ ਮੈਂ ਬੈਠਾ ਉਹਨਾਂ ਚਿਰ ਤਾਂ ਆਇਆ ਕਰ। ਪ੍ਰੇਮ ਬਿਲੋਕ ਰਾਏ ਕੋ ਪੂਰਾ, ਲੈ ਚਰਤਾ ਤੇਜੇ ਉਰ ਊਰਾ। ਕਹਿੰਦੇ ਜੇ ਸੱਚਾ ਪਿਆਰ ਦੁਨੀਆ ਦੇ ਵਿੱਚ ਕਿਸੇ ਨੇ ਉਦਾਹਰਨ ਦੇਣੀ ਹੋਵੇ ਨਾ, ਤੁਹਾਨੂੰ ਕੋਈ ਪੁੱਛੇ ਵੀ ਸੱਚਾ ਪਿਆਰ ਕਿਹਨੇ ਕੀਤਾ, ਕਈ ਕਹਿਣਗੇ ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਾਈ ਵਾਲੋ ਚੁੱਲ੍ਹੇ 'ਚ ਪੈਣ। ਬਾਬਾ ਭਾਈ ਸੰਤੋਖ ਸਿੰਘ ਕਹਿੰਦਾ ਜੇ ਦੁਨੀਆ 'ਚ ਸੱਚੇ ਪਿਆਰ ਦੀ ਉਦਾਹਰਨ ਦੇਣੀ ਤੇ ਰਾਏ ਬੁਲਾਰ ਤੇ ਗੁਰੂ ਨਾਨਕ ਸਾਹਿਬ ਦੀ ਦਿਆ। ਤੋ ਕਵੀ ਰਾਜ ਜੀ ਕਹਿੰਦੇ ਜੇ ਦੁਨੀਆ ਤੇ ਕੋਈ ਸੱਚਾ ਪਿਆਰ ਕਰਦਾ ਤੇ ਰਾਏ ਬੁਲਾਰ ਹੈ। ਸ੍ਰੀ ਗੁਰੂ ਬਚਨ ਬਹੋਰੇ ਨਾਹੀ, ਜਬੈ ਬੁਲਾਈ ਨਿਕਟ ਤਬ ਜਾਈ। ਮਹਾਰਾਜ ਵੀ ਕਹਿੰਦੇ ਉਹਦਾ ਬਚਨ ਨਹੀਂ ਸੀ ਫੇਰਦੇ, ਉਹਦਾ ਕਰਕੇ ਤੇ ਲਾਲੋ ਦੇ ਘਰੋਂ ਆਏ ਆ ਏਮਨਾਬਾਦ। ਉਹ ਵੀ ਡੀਕਣ ਦਿਆ ਉੱਥੇ, ਕਿਉਂਕਿ ਉੱਥੇ ਰਹਿੰਦੇ ਅਜੇ 5 ਦਿਨ 25 ਦਿਨ ਲਾ ਕੇ ਆਏ ਆ। ਤੁਹਾਨੂੰ ਚੇਤਾ ਪ੍ਰਸੰਗ ਦਾ। ਤੇ ਉਹ ਵੀ ਡੀਕਣ ਦਿਆ ਵੀ ਕਦੋਂ ਬਾਪੂ ਜੀ ਆਉਣ ਮਹਾਰਾਜ। ਪਹਿਲਿਆਂ ਦਾ ਪਿਆਰ ਸੀ ਨਾ, ਹੁਣ ਤੇ ਮਹਾਰਾਜ ਦੇ ਲਾਗੇ ਨਹੀਂ ਬਹਿ ਕੇ ਰਾਜੀ। ਜੇ ਕਿਸੇ ਨੂੰ ਭਾਅ ਵੀ ਲਓ ਤੇ ਉਹਦਾ ਹੁੰਦਾ ਵੀ ਕਿਹੜਾ ਵੇਲਾ ਹੋਵੇ ਮੈਂ ਨਿਕਲ ਜਾਵਾਂ ਇੱਥੋਂ। ਹਾਂਜੀ, ਕਿਉਂਕਿ ਪਿਆਰ ਨਾਲ ਹੀ ਬੈਠਾ ਜਾਂਦਾ। ਕਿਤੇ ਵੀ ਕਿਸੇ ਸੱਜਣ ਕੋ ਵੀ ਜਾਓ ਜਿਹੜਾ ਤੁਹਾਡਾ ਨਜ਼ਦੀਕੀ ਆ, ਤੁਸੀਂ ਉਹਦੇ ਕੋਲ ਬਹੋਗੇ, ਦੂਜੇ ਨੂੰ ਸਤਿ ਸ਼੍ਰੀ ਅਕਾਲ ਬੁਲਾ ਕੇ ਬੰਨੇ। ਜੇ ਮਤਬਲਾ ਤੇ ਬੁਲਾ ਲਿਆ, ਨਹੀਂ ਤੇ ਆਪਾਂ ਕੀ ਲੈਣਾ। ਇਹ ਸੰਸਾਰ ਸਾਰਾ ਮਤਬਲ ਦਾ ਹੀ ਆ। ਥੋੜੀਆਂ ਕਰੂਆਂ ਜਿਹੜੀਆਂ ਸੱਚਾ ਪਿਆਰ ਕਰਦੀਆਂ, ਤੁਹਾਡੀ ਦੁਆ ਮੰਗਦੀਆਂ,
ਤੁਹਾਡੇ ਲਈ ਕੋਈ ਅਰਦਾਸ ਕਰਦੀਆਂ ਹਨ। ਲੈਵਨ ਹੇਤ ਗਿਆਨ ਉਪਦੇਸਾ ਉਰੋ ਬਿਲਖਾ ਅਧਿਕ ਨਰੇਸਾ। ਤੇ ਕਹਿੰਦੇ ਮਹਾਰਾਜ ਸਾਹਿਬ ਜੀ ਜਦੋਂ ਵੀ ਸੱਦਾ ਚਲੇ ਜਾਂਦੇ ਤੇ ਫਿਰ ਗਿਆਨ ਦੀ ਪ੍ਰਾਪਤੀ ਮਹਾਰਾਜ ਦੇ ਨਾਲ ਬਚਨ ਕਰਦਾ ਰਾਏ ਬੁਲਾਰ। ਕਿੰਨੇ ਕਰਮਾਂ ਵਾਲਾ ਸੀ ਜਿਹਨੂੰ ਰੱਬ ਆਪ ਮਿਲ ਜਾਂਦਾ ਹੈ। ਜਗਤ ਭਾਂਡਗੀ ਕਰੇ ਸੋ ਸੇਵਾ ਨਿਸ ਦਿਨ ਧਿਆਨ ਧਰੈ ਗੁਰਦੇਵਾ। ਕਹਿੰਦੇ ਇੰਨੀ ਸੇਵਾ ਕਰਦਾ ਸੀ ਵੀ ਸੇਵਾ ਵੀ ਥੱਕ ਜਾਂਦੀ ਸੀ। ਇੰਨੀ ਸੇਵਾ ਕਰਦਾ ਵੀ ਸੇਵਾ ਵੀ ਥੱਕ ਜਾਂਦੀ। ਹੁਣ ਆਪਾਂ ਸੇਵਾ ਕਰਦੇ ਥੱਕ ਜਾਂਦੇ ਨਾ, ਤੇ ਕਵੀ ਜੀ ਕਹਿੰਦੇ ਵੀ ਉੱਥੇ ਸੇਵਾ ਵੀ ਥੱਕ ਜਾਂਦੀ ਸੀ। ਦਿਨੇ ਰਾਤ ਪ੍ਰੇਮ ਕਰਦਾ ਹੈ। ਆਯੂ ਬਿਰਦ ਜੈ ਜੀਵਨ ਥੋਰਾ ਚਹਿਤ ਕੇ ਸਫਲ ਜਨਮ ਹਵੈ ਮੋਰਾ। ਤੇ ਇੱਕੋ ਗੱਲ ਹੀ ਕਹਿੰਦਾ ਰਹਿੰਦਾ ਗੁਰੂ ਨਾਨਕ ਸਾਹਿਬ ਮੇਰੇ ਦਿਨ ਥੋੜੇ ਰਹਿ ਗਏ ਆ। ਦੇਖੋ ਜਿਹਨੂੰ ਆਹ ਗੱਲ ਕਹਿਣੀ ਆ ਗਈ ਉਹ ਤੇ ਤਰ ਗਿਆ। ਆਪਾਂ ਨੂੰ ਕੋਈ ਕਹਦੇ ਆਪਾਂ ਕਹਿੰਦਾ ਬਾਬਾ ਜੀ ਮਰਨ ਦਾ ਨਾਂ ਨਾ ਲਿਆ ਕਰ, ਸਾਨੂੰ ਡਰ ਲੱਗਦਾ। ਕਈ ਕਹਿ ਦਿੰਦੇ ਬਾਬਾ ਜੀ ਤੁਹਾਡੀ ਰੋਜ਼ ਦੀ ਕਥਾ 'ਚ ਮੌਤ ਦੀ ਗੱਲ ਹੁੰਦੀ ਹੈ, ਨਾ ਕਰਿਆ ਕਰੋ। ਮੈਂ ਕਿਹਾ ਬਾਬਾ ਜੋੜੇ ਲੱਗਦੇ ਜਿਹੜਾ ਜੀ ਨਹੀਂ ਕਰਦਾ ਜਾਣ ਹੈ। ਇਹ ਕਿਤੇ ਸੰਗਤ ਨੂੰ ਕੇਲੇ ਛਕਾ ਦਿਆ ਕਰ ਲਿਆ ਕੇ, ਕਿਤੇ ਵਿਚਾਰਿਆਂ ਨੂੰ ਕੁਝ ਨਾ ਕੋਈ ਭਲਾ ਹੋ ਜਾਊਗਾ। ਤੇ ਉਹ ਕਹਿੰਦੇ ਰਾਏ ਬੁਲਾਰ ਕਹਿੰਦਾ ਮਹਾਰਾਜ ਮੇਰੇ ਹੁਣ ਦਿਨ ਥੋੜੇ ਹੀ ਆ, ਤੇ ਮੇਰਾ ਸਰੀਰ ਦੱਸਦਾ ਪਿਆ ਵਾ, ਤੇ ਕਿਰਪਾ ਕਰੋ ਮੇਰਾ ਸਰੀਰ ਤੇ ਮੇਰੇ ਸਵਾਸ ਸਫਲੇ ਹੋ ਜਾਣ। ਅਸਤ ਜੰਗ ਮਨ ਮੈਂ ਨਿਵਲਾ ਕੀ ਸ੍ਰੀ ਗੁਰੂ ਚਰਨ ਕਮਲ ਅਨੁਰਾਗੀ। ਕਹਿੰਦੇ ਅੱਠੇ ਪੈਰ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਹੀ ਧਿਆਨ ਰਹਿੰਦਾ, ਕਿਸੇ ਪਾਸੇ ਜਾਂਦਾ ਹੀ। ਹੁਣ ਕਈ ਰੂਹਾਂ ਇੱਥੇ ਹੈ, ਉਹਨਾਂ ਨੂੰ ਮੈਂ ਵੇਖਣਾ ਵੀ ਉਹ ਗੁਰੂ ਸਾਹਿਬ ਦਾ ਹੀ ਉਹਨਾਂ ਨੂੰ ਲੱਗਾ ਰਹਿੰਦਾ ਕਿ ਸਵੇਰੇ ਵੀ ਦੁਪਹਿਰੇ ਵੀ ਸ਼ਾਮਾਂ ਨੂੰ ਮਹਾਰਾਜ ਦੇ ਲਾੜੀ ਲੱਗ ਗਏ ਹਨ। ਇੱਕ ਵਾਸਰ ਬਨਰ ਪਠਿ ਅਵਨੀਪਾ ਕਵਨ ਬਦਨ ਬੁਲਵਾਏ ਸਮੀਪਾ। ਉਹ ਅਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਰਾਏ ਬੁਲਾਰ ਕੀ ਚਾਹੀਦਾ। ਕਹਿੰਦੇ ਮਹਾਰਾਜ ਤੁਸੀਂ ਮੁਕਤੀ ਦੇ ਦਾਤੇ ਹੋ ਤੇ ਮੁਕਤੀ ਦੇ ਦਿਓ। ਦੁਐ ਕਰ ਬੰਦੇ ਬਿਨੈ ਬਖਾਨੀ ਦੀਨ ਦਿਆਲ ਦਾਸਨ ਗਤ ਦਾਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਕਹਿੰਦੇ ਹਜੂਰ ਜੀ ਆਪ ਜੀ ਦੀ ਕਿਰਪਾ ਨਾਲ, ਆਪ ਜੀ ਦੀ ਦਇਆ ਨਾਲ ਹੀ ਸਾਡਾ ਭਲਾ ਹੋਵੇਗਾ। ਨਾਮ ਸਰੂਪ ਕੋ ਦੇਹੋ ਬੁਝਾਈ ਊੜ ਰਿਓ ਜੈ ਸੁਧ ਨ ਕਾਈ। ਰਾਏ ਬੁਲਾਰ ਕਹਿੰਦਾ ਮਹਾਰਾਜ ਤੁਸੀਂ ਮੈਨੂੰ ਅਸਲੀ ਸਰੂਪ ਦੱਸੋ ਕਿ ਬੰਦਾ ਕੀ ਹੈ ਤੇ ਕਿੱਧਰ ਨੂੰ ਚਲੇ ਜਾਂਦਾ ਹੈ। ਹੁਣ ਬਾਕੀ ਗੱਲਾਂ ਸਾਰੀਆਂ ਤਿਆਗ ਦਿਓ, ਇਸ ਕਰਕੇ ਮੇਰੇ ਅਸਲੀ ਰੂਪ ਬਾਰੇ ਦੱਸੋ ਵੀ ਕਿਹੜੀ ਚੀਜ਼ ਵਿੱਚ ਬੰਦੇ ਦੇ ਜਿਹੜੀ ਨਿਕਲ ਜਾਂਦੀ ਹੈ। ਓ ਮੈਂ ਹੋ ਕਛ ਜਾਏ ਨ ਜਾਣਾ ਬੜਿਓ ਵਿਸ਼ੇਖ ਹਿਰਦੈ ਅਗਿਆਨਾ। ਇਸ ਕਰਕੇ ਕਹਿੰਦੇ ਮਹਾਰਾਜ ਮੈਂ ਤੇ ਮੂਰਖ ਹਾਂ, ਮੈਨੂੰ ਕੁਛ ਨਹੀਂ ਪਤਾ। ਸੁਮਤ ਕਹਿਤ ਤਮਸਾ ਅਗਿਆਨਾ ਮੈਂ ਨ ਜਾਣੋ ਤਾਹੇ ਸਮਾਨਾ। 36,000 ਕਿੱਲੇ ਦਾ ਮਾਲਕ ਹੈ, ਜਿਹਦੇ ਗਲ 'ਚ ਪੱਲਾ ਜੇ ਤੇ ਇਦਾਂ ਹੀ ਕਹੀ ਜਾਂਦਾ। ਕਹਿੰਦਾ ਮਹਾਰਾਜ ਮੈਂ ਅਗਿਆਨੀ ਆ, ਮੈਨੂੰ ਹਨੇਰੇ 'ਚ ਹੀ ਮੈਂ ਕੱਢ ਲਈ ਉਮਰ, ਮੈਨੂੰ ਕੁਛ ਨਹੀਂ ਪਤਾ। ਤਿਮਰ ਵਿਖੈ ਤਨ ਸੁਧ ਸਭ ਭਾਨੇ ਅਨੰਤ ਪਦਾਰਥ ਜਾਏ ਨ ਜਾਣੇ। ਇਸ ਕਰਕੇ ਕਹਿੰਦੇ ਜਿਵੇਂ ਹਨੇਰੇ ਵਿੱਚ ਆਪਣੇ ਘਰੇ ਪਦਾਰਥ ਪਏ ਹੋਣ ਤੇ ਨਜ਼ਰ ਨਹੀਂ ਆਉਂਦੇ, ਇਦਾਂ ਗੁਰੂ ਨਾਨਕ ਸਾਹਿਬ ਮੇਰੀ ਜ਼ਿੰਦਗੀ 'ਚ ਹਨੇਰਾ ਹੀ ਰਿਹਾ ਸਾਰੀ ਸਾਲ। ਮੇਰੀ ਬਚਪਨਾ ਜਵਾਨੀ ਮੇਰਾ ਬੁਢੇਪਾ ਹਨੇਰੇ 'ਚ ਹੀ ਲੰਘ ਗਿਆ, ਤੁਸੀਂ ਕਿਰਪਾ ਕੀਤੀ ਮੈਨੂੰ ਲੜ ਲਾਇਆ ਹੈ। ਸੁਧ ਅਗਿਆਨੀ ਸਰਬ ਗਵਾਈ ਆਪਣੇ ਆਪ ਨ ਜਾਣਿਓ ਜਾਈ। ਕਹਿੰਦੇ ਮੈਂ ਆਪਣੀ ਉਮਰ ਹਨੇਰੇ 'ਚ ਹੀ ਗਵਾ ਲਈ ਹੈ, ਹੁਣ ਮੈਨੂੰ ਸਮਝ ਕੋਈ ਨਹੀਂ ਆ ਰਹੀ, ਤੇ ਮਹਾਰਾਜ ਭਲਾ ਇਹ ਸਮਾਂ ਤੁਸੀਂ ਮਿਲ ਗਏ। ਜਾਂਦੇ ਤਮ ਸੋ ਸਭਨੈ ਤਾਂ ਕੋ ਸਰਬ ਜੀਵ ਦੁਖੀਆ ਬਸ ਜਾਂ ਕੋ। ਇਸ ਕਰਕੇ ਮਹਾਰਾਜ ਤੁਹਾਡੇ ਬਿਨਾ ਕੋਈ ਬਾਣ ਨਹੀਂ ਫੜਦਾ, ਸਾਰਾ ਸੰਸਾਰ ਦੁਖੀ ਹੈ। ਲੋਕੀ ਹਰ ਕੋਈ ਬੰਦਾ ਸੋਚਾਂ 'ਚ ਡੁੱਬਾ ਹੈ, ਹਰ ਕਿਸੇ ਨੂੰ ਕਿਸੇ ਨਾ ਪਾਸਿਓਂ ਦੁੱਖ ਵਿਆਪ ਰਹੇ ਹਨ। ਉਪਦੇਸ਼ਕ ਪ੍ਰਭ ਤੋਹੇ ਸਮਾਨਾ ਅਵਨੀ ਵਿਖੈ ਨ ਜਾਣੋ ਆਨਾ। ਕਹਿੰਦੇ ਮਹਾਰਾਜ ਤੁਹਾਡੇ ਵਰਗਾ ਕੋਈ ਗਿਆਨੀ ਨਹੀਂ ਤੇ ਮੇਰੇ ਵਰਗਾ ਗਿਆਨੀ ਨਹੀਂ, ਤੁਹਾਡੇ ਵਰਗਾ ਕੋਈ ਰਾਜਾ ਨਹੀਂ ਤੇ ਮੇਰੇ ਵਰਗਾ ਭਿਖਾਰੀ ਨਹੀਂ ਹੈ। ਕਿਰਪਾ ਸਿੰਧ ਕਰੁਣਾ ਅਬ ਕੀਜੈ ਮਮ ਸਰੂਪ ਸਮਝਾਏ ਸੋ ਦੀਜੈ। ਮਹਾਰਾਜ ਹੁਣ ਮੇਰੇ ਸਿਰ ਤੇ ਹੱਥ ਰੱਖੋ ਤੇ ਮੈਨੂੰ ਦੱਸੋ ਮੇਰੇ ਬਾਰੇ, ਮੇਰਾ ਸਰੂਪ ਅਸਲੀ ਕੀ ਆ। ਹੁਣ ਮੈਂ ਕਿਧਰ ਨੂੰ ਜਾਵਾਂਗਾ ਤੇ ਕੀ ਬਣੇਗਾ। ਤਮ ਕਰਨਾ ਤੇ ਮੁਝ ਜਗਿਆਸਾ ਬਦੀ ਹਿਰਦੇ ਮੈਂ ਅਧਿਕ ਪਿਆਸਾ। ਕਹਿੰਦੇ ਤੁਹਾਡੀ ਕਿਰਪਾ ਨਾਲ ਮੇਰੇ ਅੰਦਰ ਥੋੜਾ ਜਿਹਾ ਚਾਨਣ ਹੋਇਆ ਤੇ ਪਿਆਰ ਵੱਧ ਗਿਆ ਤੁਹਾਡੇ ਨਾਲ। ਤੁਸੀਂ ਮੈਨੂੰ ਰਸਤਾ ਦਿਖਾਤਾ ਬਾਹੋਂ ਫੜ ਕੇ, ਨਹੀਂ ਤੇ ਮੈਂ ਆਪਣੀਆਂ ਬੀਬੀਆਂ ਬੱਚਿਆਂ ਤੇ ਕਾਰੋਬਾਰ 'ਚ ਹੀ ਮੈਂ ਮਰ ਜਾਣਾ ਸੀ।
ਇਹ ਤੁਹਾਡਾ ਭਲਾ ਹੈ ਗੁਰੂ ਨਾਨਕ ਸਾਹਿਬ, ਤੁਸਾਂ ਮੈਨੂੰ ਰਸਤੇ ਪਾਇਆ। ਲਖ ਅਧਿਕਾਰ ਗਿਆਨ ਕੋ ਦਾਨਾ, ਦੇ ਕਰ ਕਰੋ ਮੂਰਖ ਲਿਆਨਾ। ਤਾਂ ਕਰਕੇ ਮਹਾਂਪੁਰਖ ਕਹਿੰਦੇ ਜਿਹੜਾ ਕੀਰਤਨ ਕਥਾ ਬਾਣੀ ਪੜ੍ਹਦਾ ਉਹਦਾ ਸਤਿਕਾਰ ਕਰੋ, ਕਿਉਂਕਿ ਤੁਸੀਂ ਨੌਕਰੀ ਕਰਦੇ, ਤੁਹਾਨੂੰ ਤਨਖਾਹ ਮਿਲਦੀ, ਤੁਸੀਂ ਆਪਣੇ ਵੱਡੇ ਅਫਸਰ ਦਾ ਸਤਿਕਾਰ ਕਰਦੇ ਹੋ। ਕਹਿੰਦੇ ਕਦੇ ਗੁਰੂ ਕੇ ਗ੍ਰੰਥੀ ਨੂੰ ਵੀ ਪਿਆਰ ਕਰਿਆ ਕਰੋ, ਕਿਉਂਕਿ ਅਸਲੀ ਰਸਤਾ ਤੁਹਾਨੂੰ ਉਹ ਦਿਖਾਉਂਦੇ ਆ, ਜਿਹੜਾ ਤੁਹਾਨੂੰ ਕਿਸੇ ਨਹੀਂ ਦਿਖਾਉਣਾ, ਉਹ ਰਸਤਾ ਤੁਹਾਨੂੰ ਦਿਖਾਉਂਦਾ। ਜਿਨ੍ਹਾਂ ਤੁਹਾਨੂੰ ਰਸਤਿਓਂ ਰਸਤੇ ਪਾਇਆ, ਤੁਸੀਂ ਉਹਨਾਂ ਨੂੰ ਕਿੰਨਾ ਪਿਆਰ ਕਰਦੇ। ਕਿਸੇ ਨੂੰ ਸੋਨੇ ਦੀ ਛਾਪ ਪਾਉਂਦੇ ਜੇ, ਕਿਸੇ ਨੂੰ ਕੜਾ ਪਾਉਂਦੇ ਜੇ, ਕਿਸੇ ਨੂੰ ਤੁਸੀਂ ਗੱਡੀ ਗਿਫਟ ਕਰਦੇ ਜੇ, ਹੈ ਨਾ। ਇਹ ਉਹ ਦੁਨੀਆ ਜਿਨ੍ਹਾਂ ਤੁਹਾਨੂੰ ਰਸਤੇ ਪਾਇਆ। ਅਤੇ ਇਸ ਕਰਕੇ ਗੁਰੂ ਨਾਨਕ ਸਾਹਿਬ ਨੇ ਆਪਣੀ ਛਾਪ ਲਾ ਕੇ ਨਾ ਕੀਰਤਨ ਕਰਦੇ ਬਾਬਿਆਂ ਨੂੰ ਪਾਤੀ ਸੀ। ਆਪਣੀ ਛਾਪ ਤੇ ਗੜਵੀ ਸਾਧਾਂ ਨੂੰ ਫੜਾ ਆਉਂਦਾ ਸੀ, ਲਾ ਕੇ ਆਪਣੀ ਕੰਬਲੀ ਤੇ ਨੰਗਿਆਂ ਨੂੰ ਪਾ ਆਉਂਦਾ। ਐਦਾਂ ਮਹਾਰਾਜ ਨੇ ਪਿਆਰ ਕੀਤਾ ਵੀ ਅਸਲੀ ਸਾਡਾ ਸੱਜਣ ਜਿਹੜਾ ਸਾਨੂੰ ਸਿੱਧੇ ਰਸਤੇ ਪਾਉਂਦਾ। ਬੇਅੰਤ ਸੰਗਤਾਂ ਤੁਹਾਡੇ 'ਚ ਬੈਠੀਆਂ ਵਾ, ਮਹਾਰਾਜ ਨਾਂ ਜਾਣਦੇ ਆ, ਜਿਹੜੇ ਵਾਕਿਆ ਬੜਾ ਪਿਆਰ ਕਰਦੇ ਆ, ਬੜਾ ਕੁਝ ਪ੍ਰੇਮ ਦੇ ਵਿੱਚ ਦਿੰਦੇ। ਰਾਏ ਬੁਲਾਰ ਨੇ ਆਖਿਆ, ਬਾਬਾ ਸਹੀ ਰਸਤਾ ਕੋਈ ਨਹੀਂ ਦਿਖਾਉਂਦਾ, ਤੇਰੇ ਵਾਸਤੇ ਤੇ ਮੇਰੇ ਕੋਲ ਕੁਝ ਵੀ ਨਹੀਂ ਦੇਣ ਨੂੰ, ਕਿਉਂਕਿ ਤੂੰ ਮੈਨੂੰ ਉਹ ਰਸਤਾ ਵਿਖਾਇਆ ਜਿਹਦੇ ਨਾਲ ਮੇਰੀ ਜ਼ਿੰਦਗੀ ਸਫਲ ਹੋ ਗਈ। ਆਸ ਪ੍ਰਕਾਰ ਕੀ ਸੁਨ ਕਰ ਬਾਣੀ, ਬਿਨੈ ਦੀਨਤਾ ਮੈਂ ਜੋ ਸਾਨੀ। ਇਸ ਤਰ੍ਹਾਂ ਮਹਾਰਾਜ ਦੀ ਬੇਨਤੀ ਸੁਣ ਕੇ ਸੱਚੇ ਪਾਤਸ਼ਾਹ ਵਾਹਿਗੁਰੂ ਰਾਏ ਬੁਲਾਰ ਦੀ ਬੇਨਤੀ ਸੁਣ ਕੇ ਆਪਣੇ ਘਰ ਨੂੰ ਰਵਾਨਾ ਹੋ ਗਏ। ਜੇ ਦੇਨ ਗਿਆਨ ਕੀ ਮਤ ਤੈ ਤਾਈ, ਉਦਤ ਭਏ ਸ੍ਰੀ ਗੁਰ ਜਗ ਸਾਈ। ਮਹਾਰਾਜ ਕਹਿੰਦੇ ਰਾਏ ਜੀ ਹੁਣ ਸ਼ਾਮਾਂ ਪਈਆਂ, ਬੇਬੇ ਉਡੀਕਦੀ ਆ, ਗਰਮ ਗਰਮ ਪ੍ਰਸ਼ਾਦੇ ਤੇ ਦੁੱਧ ਉਡੀਕ ਰਿਹਾ। ਮਹਾਰਾਜ ਨੂੰ ਭੁੱਖ ਨਹੀਂ ਸੀ, ਪਿਆਰ ਸੀ ਨਾ। ਮਹਾਰਾਜ ਕਹਿੰਦੇ ਹੁਣ ਬੇਬੇ ਵਿਚਾਰੀ ਨੇ ਇੱਕੋ ਚੀਜ਼ ਮੰਗੀ ਆ ਵੀ ਮੈਂ ਤੇਰੀ ਸੇਵਾ ਕਰਨੀ, ਤੇ ਮੈਂ ਹੁਣ ਚੱਲ ਜਾਣਾ, ਤੇ ਕੱਲ੍ਹ ਨੂੰ ਆਵਾਂਗਾ, ਤੇ ਕੱਲ੍ਹ ਨੂੰ ਫਿਰ ਆਪਾਂ ਕਰਾਂਗੇ ਗੱਲਾਂ ਬਾਤਾਂ। ਹੁਣ ਇਹ ਪ੍ਰਸੰਗ ਹੋ ਗਿਆ ਸੰਪੂਰਨ। ਕੱਲ੍ਹ ਨੂੰ ਅਧਿਆਏ 43ਵਾਂ ਸ਼ੁਰੂ ਹੋਣਾ, ਉਹਦੇ ਵਿੱਚ ਰਾਏ ਬੁਲਾਰ ਤੇ ਗੁਰੂ ਨਾਨਕ ਸਾਹਿਬ ਦੇ ਬੋਲ ਸਾਂਝੇ ਹੋਣੇ। ਆਪ ਜੀ ਦੀ ਯਾਤਰਾ ਸਫਲ ਹੋਵੇ। ਸੋ ਗੁਰੂ ਕੀ ਸੰਗਤ ਵੱਲੋਂ ਮਹਾਰਾਜ ਜੀ ਨੇ ਕਿਰਪਾ ਕੀਤੀ ਸੀ, ਜੋ ਸਾਡੇ ਸੈਕਟਰੀ ਸਾਹਿਬ ਨੇ ਟੇਬਲ ਤਿਆਰ ਕੀਤੇ ਲੰਗਰ ਵਿੱਚ, ਜੋ ਬਿਰਧ ਸੰਗਤਾਂ ਨੇ ਜਾਂ ਜਿਨ੍ਹਾਂ ਦੀ ਪ੍ਰੋਬਲਮ ਬੈਠ ਨਹੀਂ ਸਕਦੇ, ਉਹਨਾਂ ਵਾਸਤੇ ਪ੍ਰਸ਼ਾਦਾ ਛਕਣ ਲਈ 3 ਟੇਬਲ ਤਿਆਰ ਕੀਤੇ ਹੈ। ਕਿ ਇਹ ਜੋ ਮਾਇਆ ਸੀ ਆਪ ਜੀ ਦੀ ਸਕਰੀਨ ਦੇ ਵਿੱਚੋਂ ਉਹਨਾਂ ਦੇ ਕੋਲ ਸੀ, ਸੋ ਉਹਨਾਂ ਨੇ ਆਪ ਜੀ ਦੇ ਪਿਆਰ ਦੇ ਵਿੱਚ ਦੇਖੀ ਲਾਈ ਹੈ। ਮਹਾਰਾਜ ਕੋ ਹੱਥ ਸਬਰੇ ਕਰਨ, ਕਿਉਂਕਿ ਘਰ ਦੇ ਅੰਦਰ ਇਹਨਾਂ ਮਰਜ਼ੀ ਕਰਦੇ ਮਾਫ ਕਰ ਦਿਓ, ਜਿਨ੍ਹਾਂ ਮਰਜ਼ੀ ਕੋ ਨਾ ਪਾ ਕੇ ਦੇਵ ਨੇ ਨੂੰ ਚਲਾਨ ਲੈ ਦਿਓ, ਤੁਹਾਨੂੰ ਉਹ ਹੀ ਮਿਲਣਾ ਜਿਹੜਾ ਤੁਸੀਂ ਸੰਗਤ ਦੀ ਮਾਰੀ ਜੀ ਦੇ ਪੁੰਨ ਨਾਮ ਜੋ ਬੀਜ ਦੇ ਸਭ ਦਾ ਬੜਾ ਇੱਕ ਹੈ। ਉਹੀ ਆਪਾਂ ਨੂੰ ਕਿ ਜਿਹੜਾ ਤੁਸੀਂ ਸੰਗਤ ਦੇ ਨਾਲ ਕਰਦੇ ਆ, ਕਿਸੇ ਭਾਵਨਾ ਵਾਲੇ, ਕਿਸੇ ਲੋੜਵੰਦ ਦੀ ਸੇਵਾ ਕਰਨੀ, ਘਰਦਿਆਂ ਨੇ ਪਾ ਜਾ ਕੇ ਕਿਹਨਾਂ ਨੂੰ ਲੋਈ ਵੀ ਉਹ ਲਿਆਉਣੀ ਜਿਹੜੀ 150 ਦੀ, ਉਹ ਵੀ ਨਹੀਂ ਚੰਗੀ ਲਿਆਉਂਦੇ। ਜਾਂ ਜਾਂਦੀ ਆ ਲੋਈ ਤੇ 1500 ਦੀ ਕਹਿੰਦੇ 150 ਵਾਲੀ ਦੇ ਬਾਹਰ ਕਿਰਪਾ ਕਰਨੀ। ਸਤਿਗੁਰ ਕੋਇ ਦਾ ਵੀ ਸਾਥ ਤੰਦਰੁਸਤੀ ਦੀ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ